ਸ੍ਰੀ ਅਕਾਲ ਜੀ, ਮੈਂ ਹਾਂ ਹਰਜੋਤ ਕੌਰ। ਤੁਸੀਂ ਵੇਖ ਰਹੇ ਹੋ ਜੀ ਸਪੈਸ਼ਲ ਇਮੀਗ੍ਰੇਸ਼ਨ ਸ਼ੋਅ ਉਡਾਰੀ ਵਿਦੇਸ਼ਾਂ ਨੂੰ। ਤੇ ਅੱਜ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜੀ ਕੈਨੇਡਾ, USA ਔਰ UK ਨੂੰ ਲੈ ਕੇ, ਕਿਉਂਕਿ ਲਗਾਤਾਰ ਤੁਸੀਂ ਸਾਰੇ ਸਾਡੇ ਕੋਲ ਜਿਹੜੇ ਸਵਾਲ ਭੇਜਦੇ ਹੋ ਤੇ ਉਸੇ ਦੇ ਉੱਪਰ ਉਹਨਾਂ ਟੌਪਿਕਸ ਦੇ ਉੱਪਰ ਹੀ ਅਸੀਂ ਅਗਲਾ ਸ਼ੋਅ ਜ਼ਰੂਰ ਲੈ ਕੇ ਆਉਂਦੇ ਹਾਂ। ਤੇ ਜੋ ਸਾਨੂੰ ਕੈਨੇਡਾ ਨੂੰ ਲੈ ਕੇ ਤਾਂ ਮੇਰਾ ਹਮੇਸ਼ਾ ਕੁਐਰੀਜ਼ ਰਹਿੰਦੀਆਂ ਹੀ ਨੇ, ਨਾਲ ਦੀ ਨਾਲ USA ਔਰ UK ਨੂੰ ਲੈ ਕੇ ਵੀ ਬਹੁਤ ਸਾਰੇ ਸਵਾਲ ਨੇ। ਉਹ ਸਾਰੇ ਸਵਾਲ ਅੱਜ ਕਲੀਅਰ ਕਰਾਂਗੇ ਇਸ ਸ਼ੋਅ ਦੇ ਵਿੱਚ। ਤੇ ਅੱਜ ਦੀ ਡਿਸਕਸ਼ਨ ਦੇ ਲਈ ਅਸੀਂ ਸਟੂਡੀਓ ਦੇ ਵਿੱਚ ਇਨਵਾਈਟ ਕੀਤਾ ਹੈ ਜੀ 25 ਸਾਲ ਪੁਰਾਣੀ ਕੰਪਨੀ ਨੈਵੀਗੇਟਰ ਓਵਰਸੀਜ਼ ਤੋਂ ਵੀਜ਼ਾ ਐਕਸਪਰਟ ਵੀਨਾ ਗੋਇਲ ਜੀ। ਬਹੁਤ ਬਹੁਤ ਸਵਾਗਤ ਹੈ ਮੈਮ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਮੈਮ, ਸਭ ਤੋਂ ਪਹਿਲੀ ਤਾਂ ਗੱਲ, ਜੋ 25 ਸਾਲ ਪੁਰਾਣੀ ਕੰਪਨੀ ਹੈ, ਮਤਲਬ ਜਿੰਨੇ ਵੀ ਸਟੂਡੈਂਟਸ ਨੇ ਬਹੁਤ ਜ਼ਿਆਦਾ ਵਿਸ਼ਵਾਸ ਫੇਥ ਤੁਹਾਡੇ ਦੇ ਉੱਪਰ ਕਰਦੇ ਨੇ, ਟਰਸਟ ਕਰਦੇ ਨੇ ਕਿ 25 ਸਾਲਾਂ ਤੋਂ ਤੁਸੀਂ ਬੜੇ ਜੈਨੂਇਨ ਵੇ ਦੇ ਨਾਲ ਆਪਣਾ ਕੰਮ ਕਰਦੇ ਆ ਰਹੇ ਹੋ। ਇਸੇ ਕਰਕੇ ਸਟੂਡੈਂਟਸ ਤੁਹਾਡੇ ਕੋਲ ਪਹੁੰਚਦੇ ਵੀ ਨੇ ਤੇ ਇਸੇ ਕਰਕੇ ਅਸੀਂ ਵੀ ਤੁਹਾਨੂੰ ਸ਼ੋਅ ਦੇ ਵਿੱਚ ਇਨਵਾਈਟ ਕੀਤਾ ਕਿ ਇੱਕ ਮਾਹਿਰ ਸਲਾਹ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾ ਸਕੀਏ। ਪਹਿਲਾਂ ਹੀ ਜਾਣਨਾ ਚਾਹੂੰਗੀ ਕਿ 25 ਸਾਲਾਂ ਦੇ ਸਫ਼ਰ ਦੇ ਵਿੱਚ ਤੁਸੀਂ ਹੁਣ ਤੱਕ ਇਸ ਇਮੀਗ੍ਰੇਸ਼ਨ, ਹੁਣ ਕਿਉਂਕਿ ਬਿਜ਼ਨਸ ਬਣ ਗਿਆ, ਪਹਿਲਾਂ ਇੱਕ ਕਾਉਂਸਲਿੰਗ ਦੀ ਤਰ੍ਹਾਂ ਹੁੰਦਾ ਸੀ ਕਿ ਸਟੂਡੈਂਟਸ ਆਉਂਦੇ ਸੀ, ਤੁਸੀਂ ਕਾਉਂਸਲਿੰਗ ਕਰਦੇ ਸੀ, ਪਰ ਹੁਣ ਦੇਖ ਰਹੇ ਹੋ ਕਿ ਚੀਜ਼ਾਂ ਬਦਲ ਗਈਆਂ। ਕੀ ਕੁਝ ਅਲੱਗ ਦਿਖ ਰਿਹਾ ਅੱਜ ਦੇ ਟਾਈਮ ਵਿੱਚ ਇਮੀਗ੍ਰੇਸ਼ਨ ਬਿਜ਼ਨਸ 'ਚ? ਨੋ ਡਾਊਟ ਚੀਜ਼ਾਂ ਬਹੁਤ ਚੇਂਜ ਹੋ ਗਈਆਂ ਉਸ ਟਾਈਮ ਤੋਂ ਲੈ ਕੇ ਇਸ ਟਾਈਮ ਤੱਕ ਜੀ। ਜੇ ਉਸ ਟਾਈਮ ਦੀ ਮੈਂ ਗੱਲ ਕਰਾਂ ਤੇ ਜਦ ਮੈਂ ਸ਼ੁਰੂ ਵਿੱਚ ਕਾਉਂਸਲਿੰਗ ਕਰਦੀ ਸੀ, ਯੂਨੀਵਰਸਿਟੀਜ਼ ਦੇ ਜਿਹੜੇ ਰੈਪਰੈਜ਼ੈਂਟੇਟਿਵ ਆਉਂਦੇ ਸੀ ਆਸਟ੍ਰੇਲੀਆ ਤੋਂ, ਕੈਨੇਡਾ ਤੋਂ, ਜੀ, ਉਹ ਕਹਿੰਦੇ ਵੀਜ਼ਾ ਲੱਗ ਜਾਣਾ ਹੈ, ਵੀਜ਼ੇ ਦੀ ਟੈਨਸ਼ਨ ਨਾ ਲਓ, ਬੱਚੇ ਦੀ ਇੰਗਲਿਸ਼ ਸਕਿੱਲ ਤੇ ਤੁਸੀਂ ਕੰਮ ਕਰੋ, ਬੱਚੇ ਦੀ ਕੰਪਿਊਟਰ ਸਕਿੱਲ ਤੇ ਕੰਮ ਕਰੋ। ਔਰ ਜਦ ਮੈਂ 25 ਸਾਲ ਬਾਅਦ ਮਾਹੌਲ ਦੇਖ ਰਹੀ ਹਾਂ, ਮੇਰੇ ਖਿਆਲ ਸੇਮ ਪ੍ਰੋਬਲਮ ਹਜੇ ਵੀ ਚੱਲ ਰਹੀ ਹੈ, ਸਗੋਂ ਕੁਆਲਿਟੀ ਡਾਊਨ ਹੋਈ ਹੈ। ਇੱਥੇ ਇੱਕ ਨਵਾਂ ਸਿਸਟਮ ਸ਼ੁਰੂ ਹੋ ਗਿਆ ਜਿਹੜਾ ਫੀਸ ਆਫਟਰ ਵੀਜ਼ਾ, ਮਤਲਬ ਬੱਚਾ ਕਹਿੰਦਾ ਮੇਰਾ ਕੋਈ ਰਿਸਕ ਨਹੀਂ, ਚਾਹੇ ਉਹ ਏਜੰਟ ਮੇਰਾ ਪੇਪਰ ਬਣਾਏ, ਚਾਹੇ ਜੋ ਮਰਜ਼ੀ ਕਰੇ, ਚਾਹੇ ਜਿੱਦਾਂ ਮਰਜ਼ੀ ਪਹੁੰਚਾਂ ਜੀ, ਪਹੁੰਚ ਗਿਆ ਮੈਂ। ਇਹ ਜਿਹੜਾ ਸਿਸਟਮ ਸ਼ੁਰੂ ਹੋਇਆ ਇਹ ਥੋੜਾ ਜਿਹਾ ਗਲਤ ਹੋ ਗਿਆ, ਕਿਉਂਕਿ ਬੱਚੇ ਦਾ ਜਿਹੜਾ ਭਵਿੱਖ ਹੈ ਉਹ ਮੇਨ ਉਸਦੇ ਆਪ ਦੀ ਡਿਗਰੀ ਤੇ ਹੈ। ਉਹ ਜਦ ਉਹਨੇ PR ਪਾਣੀ ਹੈ ਜਾਂ ਕੁਝ ਪਾਣੀ ਹੈ, ਉਹਦੇ ਕੋਲ ਅਥੈਂਟਿਕ ਪੇਪਰ ਨਹੀਂ ਹੋਣਗੇ, ਉਹ ਕੀ ਕਰੇਗਾ? ਇਹ ਜਿਹੜਾ ਇੱਕ ਡਾਊਨਫਾਲ ਸ਼ੁਰੂ ਹੋਇਆ ਇਹ ਬਹੁਤ ਗਲਤ ਹੋਇਆ। ਜਿਹੜੀ ਟ੍ਰੈਂਡ ਇਹ ਸ਼ੁਰੂ ਹੋਇਆ ਇਹ ਸਟੂਡੈਂਟਸ ਦੇ ਵਾਸਤੇ ਬਹੁਤ ਹੈਲਦੀ ਨਹੀਂ ਆ। ਪਿੱਛੇ 2 ਸਾਲ ਪਹਿਲੇ ਮੈਂ ਆਸਟ੍ਰੇਲੀਆ ਗਈ ਸੀ ਕੁਝ ਯੂਨੀਵਰਸਿਟੀਜ਼ ਦੇ ਵਿੱਚ, ਜਦ ਅਸੀਂ ਟੂਰ ਕਰ ਰਹੇ ਸੀ ਉੱਥੇ ਸੀਗੇ, ਉਹ ਕਹਿੰਦੇ ਡੋਂਟ ਯੂ ਥਿੰਕ, ਮੀਨਸ ਤੁਸੀਂ ਇਹ ਨਹੀਂ ਸੋਚਦੇ ਕਿ ਜਿਹੜੀ ਕੁਆਲਿਟੀ ਆਫ ਸਟੂਡੈਂਟਸ ਆ ਬਹੁਤ ਡਾਊਨ ਹੋ ਗਈ ਹੈ। ਮਤਲਬ ਇਹ ਜਿਹੜੇ ਸਾਨੂੰ ਉਹ ਕਹਿ ਰਹੇ ਕਿ ਕੁਆਲਿਟੀ ਆਫ, ਮੈਂ ਨਹੀਂ ਕਹਿੰਦੇ ਕਿ 25 ਸਾਲ ਪਹਿਲੇ ਬਹੁਤ ਸਟਰੋਂਗ ਕੁਆਲਿਟੀ ਸੀ, ਪਰ ਬੱਚਾ ਇੱਕ ਸਮਝਦਾਰ ਸੀਗਾ। ਉਹ ਜਦ ਅਸੀਂ ਕਹਿੰਦੇ ਸੀ ਬੇਟਾ ਤੁਹਾਡੇ ਵਾਸਤੇ ਇਹ ਚੀਜ਼ ਅੱਛੀ ਹੈ, ਸਮਝੋ, ਮੈਂ ਤਾਂ ਉਹਨਾਂ ਨੂੰ ਕਿਹਾ ਕਿ ਬ੍ਰਿਸਬੇਨ ਹਜੇ ਨਵਾਂ ਖੁੱਲਿਆ ਸੀਗਾ, 20 ਸਾਲ ਪਹਿਲੇ ਦੀ ਗੱਲ ਹੈ, ਤੇ ਤੁਸੀਂ ਬ੍ਰਿਸਬੇਨ ਸਾਈਡ ਚਲੇ ਜਾਓ, ਲੜਕੀਆਂ, ਕਿਉਂਕਿ ਬਰਨਾਲੇ ਸਾਈਡ ਦੇ ਕਾਫੀ ਸਾਰੇ ਬੱਚੇ ਮੈਂ ਭੇਜੇ ਸੀਗੇ, ਤੇ ਉਹ ਲੜਕੀਆਂ ਦਾ ਮਾਮਲਾ, ਪੇਰੈਂਟਸ ਨੇ ਕਿਹਾ ਮੈਡਮ ਜਿਹੜਾ ਤੁਸੀਂ ਕਰਨਾ ਬਿਲਕੁਲ ਸਹੀ ਹੋਏਗਾ। ਔਰ ਉੱਥੇ ਜਾਣ ਦੇ ਬਾਅਦ ਮੇਰੇ ਖਿਆਲ ਇਹਨਾਂ ਦੀ 2 ਸਾਲ ਦੀ ਪੜ੍ਹਾਈ ਹੁੰਦੀ ਸੀ, ਡਿਪਲੋਮਾ ਹੁੰਦਾ ਸੀ, 6 ਮਹੀਨੇ ਚ PR ਪੈ ਗਈ ਸੀ। ਤੇ ਇਹ ਜਿਹੜੀ ਚੀਜ਼ਾਂ ਇਹ ਅੱਜ ਦੇ ਦਿਨ ਇਹਨਾਂ ਨੇ ਬਿਲਕੁਲ ਨਾ, ਜਿਹਨੂੰ ਕਹਿੰਦੇ ਹੋ ਕਿ ਐਕਸਪਲਾਈਟ ਹੋ ਚੁੱਕੇ ਆ ਸਟੂਡੈਂਟਸ, ਕਿਉਂਕਿ ਜ਼ਿਆਦਾ ਇਨਫੋਰਮੇਸ਼ਨ ਵੀ ਜਿਹੜਾ ਸਪੋਇਲ ਕਰਦੀ ਆ, ਤੁਹਾਨੂੰ ਐਕਸਪਲੋਇਟ ਕਰਦੀ ਆ। ਉਹ ਚੀਜ਼ ਜਿਹੜੀ ਉਸ ਟਾਈਮ ਨਹੀਂ ਸੀਗੀ, ਉਹ ਇੱਕ ਹੈਲਦੀ ਸੀਗੇ, ਟਰਸਟ ਕਰਦੇ ਸੀਗੇ। ਗਲਤ ਬੰਦੇ ਬਹੁਤ ਆ ਗਏ, ਸਟੂਡੈਂਟ ਵੀ ਟਰਸਟ ਕਿੱਦਾਂ ਕਰਨ, ਕਿਉਂਕਿ ਅਸੀਂ ਤਾਂ ਇੰਨੇ ਪੁਰਾਣੇ ਕੰਮ ਕਰ ਰਹੇ ਹਾਂ। ਮੈਨੂੰ ਅੱਜ ਵੀ ਯੂ ਵਿਲ ਨਾਟ ਬਿਲੀਵ ਕਿ ਮੈਂ ਇੰਨਾ ਇੰਜੋਏ ਕਰਦੀ ਹਾਂ ਕੰਮ ਕਰਨਾ, ਸਟੂਡੈਂਟਸ ਨੂੰ ਗਾਈਡ ਕਰਨਾ, ਜੇ ਲੋੜ ਪਏ ਉਹਨਾਂ ਨੂੰ ਝਿੜਕਣਾ ਵੀ ਪੈਂਦਾ, ਕਿਉਂਕਿ ਉਹਨਾਂ ਨੂੰ ਸਮਝ ਨਹੀਂ ਆਉਂਦੀ ਕੰਮ ਕਿੱਦਾਂ ਹੁੰਦਾ। ਜਿੱਦਾਂ ਕੁਝ UK ਦੇ ਕੇਸਿਸ ਇਸ ਟਾਈਮ ਚੱਲ ਰਹੇ ਆ, ਉਹਨਾਂ ਦੀ ਡੈਡਲਾਈਨ ਆ ਗਈ, ਉਹਨਾਂ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਫੀਸ ਦੀ ਡੈਡਲਾਈਨ ਹੁੰਦੀ ਹੈ। ਉਹ ਰਾਤ 10-10 ਵਜੇ ਤੱਕ ਮੈਂ ਆਪ ਫੋਨ ਕਰਕੇ ਉਹਨਾਂ ਦੀ ਫੀਸਾਂ ਪੇ ਕਰਾਈਆਂ, ਕੈਸ਼ ਲੈਣਾ ਹੈ, ਇਨ ਟਾਈਮ ਫਾਈਲ ਲਗਾਉਣੀ ਹੈ, ਕਿਉਂਕਿ ਸੈਪਟੈਂਬਰ ਇਨਟੇਕ ਹੈ। ਜੇ ਇਨ ਟਾਈਮ ਫਾਈਲ ਨਹੀਂ ਜਾਏਗੀ, ਉੱਥੇ 5 ਦਿਨ ਦਾ ਉਹਨਾਂ ਨੇ ਕੁਆਰੰਟਾਈਨ ਵੀ ਹੋਣਾ, ਵੀਜ਼ਾ ਵੀ ਆਉਣਾ ਹੈ, ਤੇ ਇਹ ਸਾਰਾ ਸਾਨੂੰ ਸਿਸਟਮ ਦੇਖਣਾ ਪੈਂਦਾ। ਬਹੁਤ ਟੈਕਨੀਕਲ ਜੀ ਚੀਜ਼ਾਂ ਹੁੰਦੀਆਂ, ਜਿਹੜੇ ਸਟੂਡੈਂਟਸ ਬਹੁਤ ਇਨੋਸੈਂਟ ਹੁੰਦੇ ਆ, ਉਹ ਕਈ ਵਾਰੀ ਚੀਟਿੰਗ ਕਰਾ ਕੇ ਆ ਚੁੱਕੇ ਹੁੰਦੇ ਕਿਸੇ ਜਗ੍ਹਾ, ਉਸ ਕਾਰਨ ਉਹ ਡਰਦੇ ਰਹਿੰਦੇ ਆ ਕਿ ਸਾਡੇ ਨਾਲ ਪਤਾ ਨਹੀਂ ਕੀ ਹੋਏਗਾ ਉਹਨਾਂ ਨੂੰ। ਜਦ ਕਿ ਮੈਕਸਿਮਮ, ਮੈਨੂੰ ਤੇ ਸਾਰੇ ਹੀ ਲੋਕ ਜਾਣਦੇ ਆ, ਅੱਜ ਕੰਮ ਕਰਦੇ ਇੰਨਾ ਪੁਰਾਣਾ ਹੋ ਗਿਆ, ਪਰ ਮੈਂ ਬਹੁਤ ਜ਼ਿਆਦਾ TV ਤੇ ਜਾਂ ਬਹੁਤ ਜ਼ਿਆਦਾ ਐਡ ਚ ਨਹੀਂ ਆਉਂਦੀ, ਇਸ ਕਰਕੇ ਜਿਹੜੀ ਨਵੀਂ ਜਨਰੇਸ਼ਨ ਆ ਉਹ ਥੋੜਾ ਕਈ ਵਾਰੀ ਘੱਟ ਵੀ ਜਾਣਦੀ ਹੈ। ਬਟ ਮੇਰੀ ਇਹ ਕੋਸ਼ਿਸ਼ ਹੁੰਦੀ ਹੈ ਕਿ ਹਰ ਸਟੂਡੈਂਟ ਨੂੰ ਜੈਨੂਇਨ ਕਾਉਂਸਲਿੰਗ ਮਿਲੇ, ਜੈਨੂਇਨ ਯੂਨੀਵਰਸਿਟੀ ਮਿਲੇ। ਹੁਣ ਤੁਸੀਂ, ਮੈਂ ਇੱਕ ਐਗਜ਼ਾਮਪਲ ਤੁਹਾਨੂੰ ਦਿੰਦੀ ਹਾਂ, ਮੇਰਾ ਆਪ ਦਾ ਬੜਾ ਬੇਟਾ ਆਸਟ੍ਰੇਲੀਆ ਰਹਿੰਦਾ, ਠੀਕ ਹੈ, ਉਹਨੂੰ ਗਏ 12-13 ਸਾਲ ਹੋ ਗਏ, ਸਿਟੀਜ਼ਨ ਹੈ, ਬਹੁਤ ਅੱਛੀ ਕੰਪਨੀ 'ਚ ਜੌਬ ਕਰ ਰਿਹਾ ਹੈ, ਅੱਛੀ ਯੂਨੀਵਰਸਿਟੀ 'ਚ ਪੜ੍ਹਿਆ। ਮੈਂ ਤੁਹਾਨੂੰ ਇੱਕ ਕੁਆਲਿਟੀ ਐਜੂਕੇਸ਼ਨ ਦੀ ਦੱਸ ਰਹੀ ਹਾਂ। +2 ਕਰਕੇ ਗਿਆ ਸੀਗਾ, IT ਵਿੱਚ ਗਿਆ, ਉਹਦੀ ਜੌਬ ਵੀ ਪੀਅਰਸਨ ਕੰਪਨੀ ਵਿੱਚ ਹੈ। ਅੱਜ ਦੇ ਦਿਨ
मतलब बहुत अच्छे पे स्केल ਤੇ ਕੰਮ ਕਰ ਰਿਹਾ ਹੈ। ਉਹ पे स्केल मैं डिस्क्लोज भी नहीं कर सकती, ਇੰਨਾ ਕੁ ਅੱਛਾ पे स्केल ਹੈ ਜੀ। ਉਹਦੇ ਬਾਅਦ ਵੀ ਉਸ ਬੱਚੇ ਨੇ ਹੁਣ ਡਿਸੀਜਨ ਲਿੱਤਾ ਮੈਂ MBA ਕਰਨੀ, ਐਗਜ਼ੀਕਿਊਟਿਵ MBA। ਐਗਜ਼ੀਕਿਊਟਿਵ MBA ਹੁੰਦੀ ਕਿ ਜਦ ਤੁਹਾਡੇ ਕੋਲ 5 ਸਾਲ ਦਾ 3-4 ਸਾਲ ਦਾ ਵਰਕ ਐਕਸਪੀਰੀਅੰਸ ਹੈ, ਉਹਦੇ ਕੋਲ ਤਾਂ ਕਾਫੀ ਲੰਬਾ ਐਕਸਪੀਰੀਅੰਸ ਹੈ ਇਸ ਟਾਈਮ। ਔਰ $100,000 ਦੀ MBA ਹੈ, ਉਹ $100,000 ਲਾ ਲਓ, ਅੱਜ ਦੇ 60 ਲੱਖ ਰੁਪਏ ਦੀ MBA ਕਰ ਰਿਹਾ। ਇਹ ਜਿਹੜੇ ਕੁਆਲਿਟੀ ਸਟੂਡੈਂਟਸ ਆ, ਫਿਰ ਕਿਉਂਕਿ ਸੈਲਰੀਆਂ ਵੀ ਉਸ ਹਿਸਾਬ ਨਾਲ ਮਿਲਦੀ, ਇਹ ਕੁਆਲਿਟੀ ਤੇ ਇਨਵੈਸਟਮੈਂਟ ਹੈ ਤੁਹਾਡੀ। ਜੀ ਬਿਲਕੁਲ। ਸੋ ਸਾਡੇ ਨਾਲ ਸ਼ੋਅ ਵਿੱਚ ਦਰਸ਼ਕ ਵੀ ਜੁੜਨੇ ਸ਼ੁਰੂ ਹੋ ਗਏ ਨੇ ਤੇ ਪਹਿਲੇ ਕਾਲਰ ਵੀ ਲਾਈਨ ਤੇ ਨੇ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਮੈਂ ਆਰਾਧਨਾ ਗੱਲ ਕਰ ਰਹੀ ਹਾਂ ਮੋਗਾ ਤੋਂ। ਹਾਂਜੀ ਆਰਾਧਨਾ ਜੀ, ਕੀ ਸਵਾਲ ਹੈ? ਮੈਂ MBA ਕੀਤੀ ਹੋਈ ਹੈ HR ਚ, 2017 ਪਾਸ ਆਊਟ ਆ। ਓਕੇ। ਉਸ ਤੋਂ ਬਾਅਦ 2 ਸਾਲ ਦਾ ਐਕਸਪੀਰੀਅੰਸ ਹੈ ਹੁਣੇ ਤੱਕ। ਫਿਰ ਉਸ ਤੋਂ ਬਾਅਦ ਸਟੱਡੀ ਵੀਜ਼ਾ ਕਰਨਾ ਹੈ ਕੈਨੇਡਾ ਦਾ। ਇੱਕ ਵਿੱਚ ਮੇਰੇ 5.5 ਬੈਂਡ ਹੈ, ਓਵਰਆਲ 6 ਹੈ ਜੀ। ਤੇ ਸਟੱਡੀ ਵੀਜ਼ਾ ਕਰਵਾਉਣਾ ਸੀ ਅਪਲਾਈ ਜੀ ਕੈਨੇਡਾ ਦਾ। ਹਾਂਜੀ ਹਾਂਜੀ ਜੀ ਜੀ ਮੈਮ। ਇਹਨਾਂ ਦਾ ਕੀ ਹੈ ਆਰਾਧਨਾ ਜੀ ਦਾ ਕਿ ਇੱਕ ਚ 5.5 ਬੈਂਡ ਹੈ, ਓਵਰਆਲ 6 ਬੈਂਡ ਹੈ ਔਰ MBA ਕੀਤੀ ਹੈ। ਮੇਰੀ ਜਿਹੜੀ ਇਹਨਾਂ ਨੂੰ ਸੁਜੈਸ਼ਨ ਰਹੇਗੀ ਕਿ ਥੋੜਾ ਪ੍ਰੋਫਾਈਲ ਡਾਊਨ, ਬਿਕੋਜ਼ MBA ਕੀਤੀ ਹੋਈ ਹੈ ਔਰ IELTS ਦੇ ਜਿਹੜੇ ਹੈ 6 ਬੈਂਡ ਹੈ, ਬਟ ਇੱਕ ਚ 5.5 ਬੈਂਡ ਹੈ, ਬਹੁਤ ਸਟਰੋਂਗ ਨਹੀਂ ਬੰਦਾ ਹੈ। ਜੇ 6 ਈਚ ਹੋਣ, ਕਿਉਂਕਿ PG ਕਰਕੇ 6 ਈਚ ਲੈ ਕੇ ਆਉਂਦੇ ਹੋ, ਕੁਝ ਕਾਲਜਿਸ ਐਕਸੈਪਟ ਕਰਦੇ ਆ, ਅਦਰਵਾਈਜ਼ ਮੈਕਸਿਮਮ ਦੀ ਰਿਕੁਆਇਰਮੈਂਟ 6.5 ਨਾਟ ਲੈਸ ਦੈਨ 6 ਹੋਏਗੀ ਜੀ। ਉਸ ਟਾਈਮ ਜੇ ਇੱਕ ਚ 5.5 ਬੈਂਡ ਹੋਣਗੇ ਤੇ ਅਸੀਂ ਲੈ ਸਕਦੇ ਹਾਂ, ਬਟ ਓਵਰਆਲ ਵੀ ਇਹਨਾਂ ਦੇ 6 ਹੈ, ਇੱਕ ਚ 5.5 ਬੈਂਡ ਹੈ। ਪ੍ਰੋਫਾਈਲ ਵੀਕ ਹੋਏਗਾ, ਫਾਈਲ ਲੱਗ ਸਕਦੀ ਹੈ, 50-50 ਵੀਜ਼ਾ ਚਾਂਸਿਸ ਹੈ, ਇੰਨਾ ਕੁ ਰਿਸਕ ਲੈ ਸਕਦੇ, ਠੀਕ ਹੈ। ਅਦਰਵਾਈਜ਼ ਇਹ IELTS ਨੂੰ ਰਿਪੀਟ ਕਰ ਲੈਣ, ਅਦਰਵਾਈਜ਼ IELTS ਚ ਨਹੀਂ ਕੰਫਰਟੇਬਲ ਹੈ, PTE TOEFL ਉਹ ਵੀ ਕਰ ਸਕਦੇ। ਨੋ ਡਾਊਟ ਉਹ SDS ਚ ਨਹੀਂ ਆਉਂਦੇ ਹੈ, TOEFL ਤੇ PT, ਲੇਕਿਨ ਉਹਨਾਂ ਦਾ ਵੀਜ਼ਾ ਸਕਸੈਸ ਰੇਟ ਠੀਕ ਚੱਲ ਰਿਹਾ, ਅੱਛਾ ਚੱਲ ਰਿਹਾ, ਕਿਉਂਕਿ ਯੂਜ਼ਰ ਨੇਮ ਪਾਸਵਰਡ ਜਿਹੜਾ ਐਮਬੈਸੀ ਨੂੰ ਦੇ ਦਿੱਤਾ ਜਾਂਦਾ ਹੈ ਤੇ ਆਪਣੇ ਆਪ ਰਿਟਰੀਵ ਕਰ ਲੈਂਦੇ ਆ ਰਿਜ਼ਲਟ, ਉਹਨਾਂ ਨੂੰ ਅਥੈਂਟਿਸਿਟੀ ਦਾ ਪਤਾ ਚੱਲਦਾ ਹੈ ਤੇ ਉਹਦਾ ਵੀ ਸਕਸੈਸ ਰੇਟ ਬਹੁਤ ਅੱਛਾ ਹੈ। ਇਹ ਮੇਰੀ ਜਿਹੜੀ ਪਰਸਨਲ ਸੁਜੈਸ਼ਨ ਹੈ, ਜਾਂ ਤੇ ਇਹ ਕੰਟਰੀ ਚੇਂਜ ਕਰ ਲੈਣ, ਜਿੱਦਾਂ UK US ਦੋਨਾਂ ਚ ਇਹਨਾਂ ਦਾ ਵੀਜ਼ਾ ਆਲਮੋਸਟ 100% ਆ ਜਾਣਾ ਹੈ ਜੀ ਜੀ, ਠੀਕ ਹੈ। ਜਾਂ ਫਿਰ ਇਹ IELTS ਰਿਪੀਟ ਕਰ ਲੈਣ, ਕਿਉਂਕਿ ਮੇਰਾ ਕੰਮ ਹੈ ਕਿ ਇਹਨਾਂ ਦਾ ਟਾਈਮ ਨਾ ਵੇਸਟ ਹੋਏ, ਪੈਸਾ ਨਾ ਵੇਸਟ ਹੋਏ ਔਰ ਮੇਰਾ ਵੀ ਟਾਈਮ ਨਾ ਵੇਸਟ ਹੋਏ, ਕਿਉਂਕਿ ਐਜ਼ ਅ ਕੰਸਲਟੈਂਟ ਮੇਰੀ ਕੋਸ਼ਿਸ਼ ਹੋਏਗੀ, ਆਲਦੋ ਕੋਈ ਕੰਸਲਟੈਂਟ ਗਾਰੰਟੀ ਨਹੀਂ ਦੇ ਸਕਦਾ ਤੁਹਾਡੇ ਵੀਜ਼ੇ ਦੀ, ਬਟ ਸਾਡੀ ਕੋਸ਼ਿਸ਼ ਹੁੰਦੀ ਹੈ ਜਦ ਤਜਰਬਾ ਇੰਨਾ ਹੈ ਤੇ ਕਿ ਤੁਹਾਨੂੰ ਅਸੀਂ 100% ਦੀ ਤਰਫ ਲੈ ਕੇ ਜਾਈਏ, ਉਹਦੇ ਵਿੱਚ ਕੋਈ ਕਮੀ ਨਾ ਹੋਏ, ਤੇ ਉਹ ਸਾਡਾ ਕੰਮ ਹੈ ਕਰਾਉਣਾ। ਜੀ ਜੀ ਬਿਲਕੁਲ। ਤੇ ਬਾਕੀ ਦਰਸ਼ਕਾਂ ਨੂੰ ਵੀ ਜ਼ਰੂਰ ਕਹਿਣਾ ਚਾਹਾਂਗੇ ਕਿ ਇਸੇ ਤਰੀਕੇ ਨਾਲ ਅਗਰ ਤੁਸੀਂ ਵੀ ਆਪਣੀ ਪ੍ਰੋਫਾਈਲ ਨੂੰ ਲੈ ਕੇ ਥੋੜੇ ਕਿਤੇ ਕਨਫਿਊਜ਼ ਹੋ ਤੇ ਮਾਹਿਰ ਸਲਾਹ ਤੁਹਾਨੂੰ ਚਾਹੀਦੀ ਹੈ, ਤਾਂ ਅੱਜ ਅਸੀਂ 25 ਸਾਲ ਪੁਰਾਣੀ ਕੰਪਨੀ ਨੈਵੀਗੇਟਰਸ ਓਵਰਸੀਜ਼ ਤੋਂ ਵੀਨਾ ਗੋਇਲ ਮੈਮ ਨੂੰ ਬੁਲਾਇਆ ਹੋਇਆ ਇਸੇ ਕਰਕੇ, ਤਾਂ ਕਿ ਸਟੂਡੈਂਟਸ ਜੋ ਇੱਕ ਮਾਹਿਰ ਸਲਾਹ ਵੀ ਜ਼ਰੂਰ ਲੈਣ। ਤੇ ਅਗਰ ਤੁਸੀਂ ਵਿਜ਼ਿਟ ਕਰਨਾ ਚਾਹੁੰਦੇ ਹੋ ਇਹਨਾਂ ਦੇ ਆਫਿਸ, ਤਾਂ ਚੰਡੀਗੜ੍ਹ ਸੈਕਟਰ 35C ਵਿੱਚ ਇਹਨਾਂ ਦਾ ਆਫਿਸ ਹੈ ਔਰ ਬਟਾਲਾ ਔਰ ਪਠਾਨਕੋਟ ਵਿੱਚ ਵੀ ਇਹਨਾਂ ਦਾ ਆਫਿਸ ਹੈ। ਜਿੱਥੇ ਤੁਹਾਨੂੰ ਨੇੜੇ ਲੱਗਦਾ ਹੈ ਉੱਥੇ ਤੁਸੀਂ ਜ਼ਰੂਰ ਆਪਣੇ ਡਾਕੂਮੈਂਟਸ ਲੈ ਕੇ ਆਪਣੇ ਪੇਰੈਂਟਸ ਨੂੰ ਨਾਲ ਲੈ ਕੇ ਉੱਥੇ ਪਹੁੰਚੋ, ਤਾਂ ਕਿ ਤੁਹਾਨੂੰ ਸਹੀ ਸਲਾਹ ਦਿੱਤੀ ਜਾ ਸਕੇ ਔਰ ਟਾਈਮਲੀ ਤੁਸੀਂ ਸਹੀ ਡਿਸੀਜਨ ਲੈ ਸਕੋ ਆਪਣੇ ਫਿਊਚਰ ਨੂੰ ਲੈ ਕੇ। ਮੈਂ ਤੁਹਾਨੂੰ ਇੱਕ ਚੀਜ਼ ਤੇ ਛੋਟਾ ਜਿਹਾ ਅਮੈਂਡ ਕਰਨਾ ਚਾਹੂੰਗੀ। ਬੱਚੇ ਕਹਿੰਦੇ ਦੂਰ ਹੈ, ਹਰ ਜਗ੍ਹਾ ਕਿਸੇ ਵੀ ਕੰਪਨੀ ਦੀ ਜਿਹੜੀ ਹੈ ਇੰਨਾ ਨਹੀਂ ਹੁੰਦਾ, ਜਿਹਨੂੰ ਕਹਿੰਦੇ ਰਿਸੋਰਸਿਸ ਕਿ ਹਰ ਜਗ੍ਹਾ ਆਫਿਸ ਖੋਲ ਸਕਦਾ। ਜੀ ਜੀ ਜੀ, ਠੀਕ ਹੈ। ਤੁਸੀਂ ਇਹ ਚੱਕਰ ਚ ਨਾ ਪੈ ਕੇ ਤੁਸੀਂ ਜਦ ਡਾਇਰੈਕਟ ਸਲਾਹ ਲੈਂਦੇ ਹੋ, ਮੰਨ ਲਓ ਤੁਸੀਂ ਉੱਥੇ ਲੋਕਲ ਕਿਸੇ ਏਜੰਟ ਨੂੰ ਦੇਤੀ, ਉਹਨੇ ਵੀ ਤੀਜੇ ਏਜੰਟ ਤੋਂ ਕੰਮ ਕਰਾਇਆ, ਤੇ ਤੁਹਾਡੇ ਕੋਲ ਡਾਇਰੈਕਟ ਇਨਫੋਰਮੇਸ਼ਨ ਨਹੀਂ ਮਿਲੇਗੀ, ਕਦੇ ਵੀ ਨਹੀਂ ਮਿਲੇਗੀ। ਤੁਹਾਡੀ ਫਾਈਲ ਲੱਗੀ ਹੋਈ ਹੈ, ਬਟ ਤੁਹਾਡੀ ਫਾਈਲ ਦੇ ਨਾਲ ਕੀ ਹੋ ਰਿਹਾ, ਕੱਲ ਵੀ ਮੇਰੇ ਕੋਲ ਇੱਕ ਬੱਚਾ ਆਇਆ, US ਦੀ ਫਾਈਲ ਲਗਾਈ ਹੋਈ ਸੀਗੀ, ਕਹਿੰਦਾ ਨਾ ਉਹਨਾਂ ਨੇ ਮੈਨੂੰ ਕੋਈ ਇੰਟਰਵਿਊ ਪ੍ਰੈਪਰੇਸ਼ਨ ਕਰਾਈ, 25th ਦੀ ਜਿਹੜੀ ਹੈ ਉਹਨਾਂ ਦੀ ਇੰਟਰਵਿਊ ਡੇਟ ਲਿੱਤੀ ਹੋਈ ਸੀ, ਜਿਹੜੀ ਕਿ ਚਲੀ ਗਈ ਜੀ। ਸੇਮ ਡੇ ਉਹਨੂੰ ਕਹਿ ਰਹੇ ਆ ਕਿ ਤੇਰੀ ਅੱਜ ਇੰਟਰਵਿਊ ਹੈ, ਕੋਈ ਇੰਟਰਵਿਊ ਦੀ ਪ੍ਰੈਪਰੇਸ਼ਨ ਨਹੀਂ ਹੈ ਕੋਈ। ਦੈਟ ਮੀਨਸ ਉਹਨੇ ਬੰਦੇ ਨੇ ਅੱਗੇ ਕਿਸੇ ਕੋਲ ਕਰਾਈ ਹੈ ਔਰ ਅੱਗੇ ਤੋਂ ਉਹਦੇ ਕੋਲ ਜਦ ਡੇਟ ਆ ਗਈ, ਬੱਚੇ ਨੂੰ ਦੱਸਦਾ ਗਿਆ, ਉਹਨੇ ਕੇਸ ਵਿਡਰਾ ਕਰਾਇਆ। ਤੁਹਾਨੂੰ ਜੇ ਚੰਡੀਗੜ੍ਹ ਆਣਾ ਵੀ ਪੈ ਗਿਆ, ਮੇਰੇ ਕੋਲ ਹੁਣ ਗੰਗਾ ਨਗਰ ਤੋਂ, ਹਨੂਮਾਨਗੜ੍ਹ ਤੋਂ, ਤੁਸੀਂ ਯਕੀਨ ਨਹੀਂ ਕਰੋਗੇ, ਮੇਰੇ ਕੋਲ ਬੈਂਗਲੌਰ ਤੋਂ ਬੱਚੇ ਆਉਂਦੇ ਆ, ਗਵਾਲੀਅਰ ਤੋਂ ਬੱਚੇ ਆਉਂਦੇ, ਇੰਨੀ ਦੂਰ ਤੋਂ ਆਉਂਦੇ ਆ। ਇਹ ਤੇ 4-5 ਘੰਟੇ ਦਾ ਪੰਜਾਬ 'ਚ ਰਸਤਾ ਹੈ। ਜੇ ਤੁਹਾਡਾ ਕਿਰਾਇਆ ਵੀ ਲੱਗਦਾ, ਤੁਸੀਂ ਮੇਰੇ ਤੋਂ ਕਿਰਾਇਆ ਲੈ ਲਓ, ਬਟ ਤੁਸੀਂ ਕਾਉਂਸਲਿੰਗ ਬਿਲਕੁਲ ਸਹੀ ਕਰਾਓ, ਜਿਹੜਾ ਕਿ ਤੁਹਾਡਾ ਕੈਰੀਅਰ ਪੂਰਾ ਉਸੇ ਚੀਜ਼ ਤੇ ਹੈ। ਜੇ ਅੱਜ ਤੁਹਾਡਾ ਇੱਕ ਡਿਸੀਜਨ ਗਲਤ ਹੋ ਜਾਂਦਾ ਹੈ ਤੇ ਤੁਹਾਡੇ ਅਗਲੇ ਜਿਹੜੇ 3-4 ਸਾਲ ਹੈ, ਜਿਹੜਾ ਸਟਰਗਲਿੰਗ ਪੀਰੀਅਡ ਪੜਨਾ ਹੈ, ਫਿਰ ਤੁਸੀਂ ਸੈਟਲਮੈਂਟ ਦੀ ਤਰਫ ਜਾਣਾ, ਉਹ ਤੁਹਾਡੇ ਸਾਰੇ ਡਿਸੀਜਨ ਗਲਤ ਹੋ ਜਾਣਗੇ। ਬਿਲਕੁਲ। ਕਾਲਰ ਜੁੜ ਗਏ ਨੇ ਅਗਲੇ। ਹੈਲੋ ਹੈਲੋ, ਗੁੱਡ ਆਫਟਰਨੂਨ ਮੈਮ। ਹਾਂਜੀ, ਵੈਰੀ गुड आफ्टरनून। ਕੀ ਨਾਮ है जी, केड़ी जगह तो बोल रहे हो? मैं चंडीगढ़ से बात कर रही हूँ। मुझे US स्टडी वीजा के रिगार्डिंग कुछ
क्वेश्चंस मेरे दिमाग में थे। हाँ जी, अपनी प्रोफाइल डिस्कस करें। कंफर्म कर सकती हूँ? जी 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 बिल्कुल, अपनी प्रोफाइल दस दो। ओके मैम, मैं बैचलर ऑफ एजुकेशन मेरी चल रही है, परसुइंग है, अभी मेरी खत्म होने वाली है, बट मेरा जो बैचलर हुई है वो कॉमर्स साइड से हुई है। तो एक्चुअली आई वांट टू डू माय मास्टर्स, लाइक आई वांट टू डू माय एमबीए। ओके, तो मैं यूएस का कुछ पता कर सकती हूँ मैम कि यूएस में एमबीए? जी एमबीए बैचलर किस चीज में किया आपने? कॉमर्स। कॉमर्स में की है मैम। ठीक 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 है। ਤੇ ਇਹਨਾਂ ਦਾ ਕੀ ਹੈ ਕਿ ਇਹ ਬੈਚਲਰ ਕਾਮਰਸ ਚ ਕੀਤੀ ਹੋਈ ਹੈ, ਐਮਬੀਏ ਕਰਨਾ ਚਾਹ ਰਹੇ ਆ, ਜੀ ਰਾਈਟ? ਜੀ ਯੂਐਸ ਦੇ ਵਿੱਚ ਕੀ ਹੈ ਕਿ ਜਿਹੜੀ ਟਾਪ ਮੋਸਟ ਯੂਨੀਵਰਸਿਟੀਜ਼ ਹੈ ਨਾ ਉਹ ਜੀਆਰਈ ਜੀਮੈਟ ਵੀ ਲੈਂਦੀਆਂ, ਆਇਲਸ ਵੀ ਲੈਂਦੀਆਂ ਜਾਂ ਟੋਫਲ, ਜੀ ਕਿਉਂਕਿ ਯੂਐਸ ਦਾ ਪਹਿਲੇ ਟੋਫਲ ਪ੍ਰਾਇੋਰਟੀ ਹੁੰਦੀ ਸੀ, ਹੁਣ ਉਹ ਆਇਲਸ ਵੀ ਐਕਸੈਪਟ ਕਰਨ ਲੱਗੇ। ਕੁਝ ਯੂਨੀਵਰਸਿਟੀਜ਼ ਪੀਟੀ ਐਕਸੈਪਟ ਕਰ ਰਹੇ, ਨਾਟ ਐਵਰੀ ਯੂਨੀਵਰਸਿਟੀ। ਡਿਊਲਿੰਗੋ ਵੀ ਐਕਸੈਪਟ ਕਰ ਰਹੀ ਕੁਝ ਯੂਨੀਵਰਸਿਟੀਜ਼। ਜੀ ਇਹਨਾਂ ਨੂੰ ਸਭ ਤੋਂ ਪਹਿਲੇ ਜਿਹੜਾ ਲੈਂਗੁਏਜ ਕੋਰਸ ਕਰਨਾ ਪਏਗਾ, ਦੈਟ ਇਜ਼ ਆਇਲਸ ਜਾਂ ਟੋਫਲ, ਜੋ ਵੀ ਕੰਫਰਟੇਬਲ ਹੈ ਉਹਨੂੰ ਕਰ ਲੈਣ, ਜੀ ਕਿਉਂਕਿ ਪੀਜੀ ਵਾਸਤੇ ਜਾਣਾ ਹੈ ਤੇ 6.5 ਬੈਂਡ ਨॉट ਲੈਸ ਦੈਨ 6 ਬੈਂਡ ਲੈ ਲੈਣ ਤੇ ਇਹਨਾਂ ਨੂੰ ਸਕਾਲਰਸ਼ਿਪ ਅੱਛੀ ਮਿਲ ਜਾਏਗੀ। ਜੀ ਇਸ ਟਾਈਮ ਜਿਹੜਾ ਯੂਐਸ ਵੀਜ਼ਾ ਇੱਕਦਮ ਖੁੱਲਿਆ ਹੀ ਹੈ, ਮੇਰੇ ਖਿਆਲ 10 ਕੁ ਸਾਲ ਬਾਅਦ ਜਿਹੜਾ ਹੈ ਬਿਲਕੁਲ ਯੂਐਸ ਨੇ ਇੰਡੀਆ ਦੇ ਵਾਸਤੇ, ਜਾਂ ਕਹਿ ਲਓ ਕਿ ਥੋੜੀ ਇਹਨਾਂ ਦੀ ਇਮੀਗ੍ਰੇਸ਼ਨ ਪਾਲਿਸੀ ਈਜ਼ੀ ਹੋਈ ਹੈ, ਤੇ ਉਹਦੇ ਵਾਸਤੇ ਵੀਜ਼ਾ ਸਕਸੈਸ ਰੇਟ ਵੀ 95-96% ਹੈ। ਤੇ ਜੀਆਰਈ ਜੀਮੈਟ ਥੋੜਾ ਜਿਹਾ ਜੇ ਬੱਚੇ ਨਹੀਂ ਵੀ ਕਰ ਰਹੇ ਬਿਕੋਜ਼ ਆਫ ਕੋਵਿਡ ਕਹਿ ਲਓ ਜਾਂ ਕੁਝ ਕਹਿ ਲਓ, ਤੇ ਉਹਨਾਂ ਜ਼ਿਆਦਾ ਉਸ ਚੀਜ਼ ਨੂੰ ਇੰਪੋਰਟੈਂਸ ਨਹੀਂ ਦਿੱਤੀ ਜਾ ਰਹੀ। ਇਹਨਾਂ ਦਾ ਐਕੈਡੈਮਿਕ ਔਰ ਇਹਨਾਂ ਦੇ ਆਇਲਸ ਜਾਂ ਟੋਫਲ ਦੇ ਉੱਪਰ ਇਹਨਾਂ ਨੂੰ ਸਕਾਲਰਸ਼ਿਪ ਹੈਵੀ ਮਿਲ ਰਹੀ ਹੈ। ਜਿਹੜੀ ਮੇਰੀ ਜੇ ਇਹਨਾਂ ਦਾ ਐਸਓਪੀ ਬਹੁਤ ਅੱਛਾ ਬਣਿਆ ਹੋਇਆ ਹੈ, ਐਮਬੀਏ ਵਾਸਤੇ ਜਾ ਰਹੇ, ਇਹਨਾਂ ਨੂੰ ਹੈਵੀ ਸਕਾਲਰਸ਼ਿਪ ਲੱਗ ਜਾਏਗੀ। ਆਇਲਸ ਇਹਨਾਂ ਨੂੰ ਕਰਨਾ ਪਏਗਾ। I-20 ਆਉਣ ਦੇ ਵਿੱਚ 2 ਤੋਂ 3 ਯੂਨੀਵਰਸਿਟੀਆਂ 'ਚ ਇਹਨਾਂ ਨੂੰ ਮੇਰੀ ਸੁਜੈਸ਼ਨ ਹੈ ਕਿ ਅਪਲਾਈ ਕਰਵਾਉਣ ਜ਼ਰੂਰ, ਔਰ ਜਦ ਅਪਲਾਈ ਕਰਾਉਂਦੇ ਵਿਦਿਨ 1 ਮੰਥ ਇਹਨਾਂ ਦਾ I-20 ਆ ਜਾਂਦਾ ਹੈ। I-20 ਆਉਣ ਦੇ ਬਾਅਦ ਸਰਵਿਸ ਫੀਸ ਪੇ ਹੁੰਦੀ ਹੈ, ਸਰਵਿਸ ਫੀਸ ਦੇ ਨਾਲ ਇਹਨਾਂ ਦਾ ਜਿਹੜਾ ਅੱਛਾ ਜਦ I-20 ਆਉਂਦੀ ਹੈ ਯੂਨੀਵਰਸਿਟੀਆਂ ਇਹਨਾਂ ਦੀ ਬੈਲੈਂਸ ਸਟੇਟਮੈਂਟ ਜਾਂ ਅਕਾਊਂਟ ਸਟੇਟਮੈਂਟ ਜਿਹੜੇ ਵੀ ਫੰਡ ਸ਼ੋ ਕਰਨੇ ਆ ਉਹ ਲੈਂਦੇ ਆ, ਉਹਦੇ ਬੇਸ ਤੇ I-20 ਦਿੰਦੇ ਆ। ਜੀ 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 I-20 ਦੇਣ ਦੇ ਬਾਅਦ ਇਹਨਾਂ ਦੀ ਸਰਵਿਸ ਫੀਸ ਔਰ ਫਿਰ ਐਮਬੈਸੀ ਫੀਸ ਪੇ ਹੁੰਦੀ ਹੈ। ਦੈਟਸ ਦਾ ਟੋਟਲ ਪ੍ਰੋਸੈਸ ਫॉर द ਯੂਐਸ। ਜੀ ਤੇ ਮੈਨੂੰ ਪੂਰੀ ਉਮੀਦ ਹੈ ਕਿ ਹੋਰ ਵੀ ਜਿਨੇ ਦਰਸ਼ਕ ਹੈ ਚਾਹੇ ਸਟੂਡੈਂਟਸ ਨੇ ਕਿ ਜਾਣਨਾ ਚਾਹੁੰਦੇ ਨੇ, ਜਿਵੇਂ ਕਿ ਹੁਣੇ ਕਾਲ ਆਈ ਸੀ ਇਹਨਾਂ ਨੇ ਯੂਐਸ ਦੇ ਬਾਰੇ ਜਾਣਨਾ ਚਾਹਿਆ ਸੀ ਕਿ ਕਮਰਸ ਇਹ ਜੋ ਗ੍ਰੈਜੂਏਸ਼ਨ ਕਮਰਸ ਵਿੱਚ ਹੈ ਔਰ ਅੱਗੋਂ ਐਮਬੀਏ ਕਰਨਾ ਚਾਹੁੰਦੇ ਯੂਐਸਏ ਵਿੱਚ। ਇਸੇ ਤਰੀਕੇ ਨਾਲ ਤੁਹਾਡੀ ਵੀ ਕੋਈ ਪ੍ਰੋਫਾਈਲ ਹੈ, ਤੁਸੀਂ ਕਾਫੀ ਥਾਂ ਤੋਂ ਸੋਚ ਰਹੇ ਹੋ, ਸਮਝਣ ਦੀ ਚੀਜ਼ਾਂ ਕੋਸ਼ਿਸ਼ ਕਰ ਰਹੇ ਹੋ ਲੇਕਿਨ ਸਮਝ ਨਹੀਂ ਆ ਰਹੀ, ਤੇ ਇਸ ਸ਼ੋਅ ਦੇ ਵਿੱਚ ਕਾਲ ਕਰ ਸਕਦੇ ਹੋ। ਲੇਕਿਨ ਅਗਰ ਇਸ ਸ਼ੋਅ ਦੇ ਦੌਰਾਨ ਕਾਲ ਨਹੀਂ ਵੀ ਕਰ ਪਾਏ ਹੋ ਕਿਸ ਵਜ੍ਹਾ ਨਾਲ, ਤਾਂ ਸ਼ੋਅ ਦੇ ਬਾਅਦ ਵੀ ਸੇਮ ਨੰਬਰਸ ਦੇ ਉੱਪਰ ਜੋ ਸਕਰੀਨ ਦੇ ਉੱਪਰ ਡਿਸਪਲੇ ਹੋ ਰਹੇ ਨੇ, ਇਹਨਾਂ ਨੰਬਰਸ ਦੇ ਉੱਪਰ ਹੀ ਕਾਲ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਤਾਂ ਮੈਂ ਇੱਥੇ ਜ਼ਰੂਰ ਜਾਣਨਾ ਚਾਹੂੰਗੀ, ਜਿਵੇਂ ਤੁਸੀਂ ਹੁਣ ਇੱਕ ਗੱਲ ਕੀਤੀ ਸੀ ਕਿ ਯੂਐਸਏ ਲਈ ਇੱਕ ਸਟੂਡੈਂਟ ਨੇ ਕੀਤਾ ਸੀ ਤੇ ਉਹਨੂੰ ਸੇਮ ਡੇ ਦੱਸਿਆ ਗਿਆ ਕਿ ਅੱਜ ਤੇਰੀ ਇੰਟਰਵਿਊ ਹੈ। ਕਿਤੇ ਨਾ ਕਿਤੇ ਸ਼ਾਇਦ ਇਹੀ ਫਰਕ ਰਹਿ ਜਾਂਦਾ ਹੈ ਕਿ ਜੋ ਕਈ ਸਿਰਫ ਇਸ ਨੂੰ ਬਿਜ਼ਨਸ ਦੀ ਤਰ੍ਹਾਂ ਵੇਖਦੇ ਨੇ, ਉਹ ਸਟੂਡੈਂਟਸ ਨਾਲ ਇਸ ਤਰੀਕੇ ਦਾ ਬਿਹੇਵ ਕਰਦੇ ਔਰ ਤੁਸੀਂ ਜਿਵੇਂ ਇੰਨੇ ਸਾਲਾਂ ਤੋਂ ਸਟੂਡੈਂਟਸ ਨੂੰ ਗਾਈਡੈਂਸ ਦਿੰਦੇ ਆ ਰਹੇ ਹੋ, ਤਾਂ ਤੁਸੀਂ ਪੂਰੀ ਪ੍ਰਿਪਰੇਸ਼ਨ ਹਰ ਸਟੂਡੈਂਟਸ ਨੂੰ ਹਰ ਸਟੈਪ ਤੇ ਕਰਵਾਉਂਦੇ ਹੋ। ਮੇਰਾ ਇਹ ਹੈ ਕਿ ਸਟੂਡੈਂਟ ਇਜ਼ ਜਸਟ ਲਾਈਕ ਮਾਈ ਕਿਡ। ਜੀ ਜੀ ਮੇਰੇ ਬੱਚੇ ਬੜੇ ਹੋ ਗਏ ਆ, ਔਰ ਜਦ ਮੇਰਾ ਮਤਲਬ ਬੱਚੇ ਨਹੀਂ ਬੜੇ ਸੀ, ਛੋਟੇ ਸੀ, ਉਸ ਟਾਈਮ ਵੀ ਇਹ ਬੱਚੇ ਮੇਰੇ ਬੱਚੇ ਹੋਂਗੇ ਹੀ ਆਉਂਦੇ ਸੀ। ਜੀ ਤੇ ਮੈਂ ਜਦ ਜਾਂਦੀ ਆ ਇਹਨਾਂ ਦੇ ਕੋਲ, ਸਟੂਡੈਂਟਸ ਮੇਰੇ ਥਰੂ ਭੇਜੇ ਹੁੰਦੇ ਆ, ਉਹਨਾਂ ਦੇ ਕੋਲ ਰਹਿ ਕੇ ਆਉਂਦੀ ਆ। ਹੁਣ ਤੇ ਉਹ ਸਟੇਜ ਆ ਚੁੱਕੀ ਕਿ ਉਹਨਾਂ ਦੇ ਬੱਚਿਆਂ ਨੂੰ ਵੀ ਖਿਲਾ ਕੇ ਆਈਦਾ, ਪੁਰਾਣੇ ਬੱਚੇ ਜਿਹੜੇ ਆ। ਜੀ ਤੇ ਇਹ ਮੈਂ ਇੰਜੋਏ ਕਰਦੀ ਆ। ਇਟਸ ਨਾਟ ਅ ਬਿਜ਼ਨਸ ਫॉर ਮੀ, ਹੈ ਨਾ। ਨੋ ਡਾਊਟ ਕਿ ਸਾਡਾ ਪ੍ਰਾਈਵੇਟ ਆਧਾਰ ਹੈ, ਤੇ ਦੇਖੋ ਸਾਨੂੰ ਫਾਈਨੈਂਸ਼ੀਅਲ ਗੇਨ ਚਾਹੀਦਾ ਹੀ ਹੁੰਦਾ ਕਿ ਖਰਚੇ ਕੱਢਨੇ ਹੁੰਦੇ, ਬਟ ਹਰ ਬੱਚਾ ਮੇਰਾ ਆਪਣਾ ਬੱਚਾ ਹੈ। ਜਿੱਦਾਂ ਲੱਗਦਾ ਕਿ ਬਹੁਤ ਪਿਆਰ ਦੇ ਨਾਲ ਅਸੀਂ ਉਹਨਾਂ ਨੂੰ ਰੱਖਿਆ। ਸਾਡੀ ਫੀਸਾਂ ਵੀ ਕੋਈ ਆਲਮੋਸਟ ਅਸੀਂ ਫੀਸ ਨਹੀਂ ਵੀ ਲੈਂਦੇ ਆ, ਡਿਪੈਂਡ ਕਰਦਾ ਜੇ ਪ੍ਰੋਫਾਈਲ ਅੱਛਾ, ਮੈਂ ਕੋਈ ਚਾਰਜ ਵੀ ਨਹੀਂ ਲੈਂਦੀ ਇਹਨਾਂ ਦਾ। ਆਇਲਸ ਟੋਟਲ ਫ੍ਰੀ ਕਰਾ ਰਹੇ ਅਸੀਂ, ਟੋਟਲ ਫ੍ਰੀ। ਅੱਛਾ ਜੇ ਆਇਲਸ ਮੇਰੇ ਕੋਲੋਂ ਕਰਦੇ ਆ ਤੇ ਕੀ ਫਰਕ ਹੈ ਔਰ ਬਾਹਰੋਂ ਕਰਦੇ ਆ ਤੇ ਕੀ ਫਰਕ ਹੈ? ਜੇ ਆਇਲਸ ਅਸੀਂ ਕਰਾ ਰਹੇ ਹਾਂ, ਸਾਨੂੰ ਇਹ ਕਿ ਫਾਈਲ ਜਲਦੀ ਲੱਗਣੀ ਚਾਹੀਦੀ ਹੈ, ਕਿਉਂਕਿ ਇਨਟੇਕ ਖਰਾਬ ਹੋ ਜਾਏਗਾ। ਮੰਨ ਲਓ ਜਨਵਰੀ ਇਨਟੇਕ ਹੈ, ਸਾਡਾ ਪ੍ਰੈਸ਼ਰ ਹੋਏਗਾ 1 1.5 ਮਹੀਨੇ ਚ ਦਿਨ ਰਾਤ ਇਹਨਾਂ ਨੂੰ ਆਇਲਸ ਕਰਾ ਕੇ प्रिपेयर कर दो कि इन्हां दी फाइल लग जाए। और जब तक आइल्स कर रहे सी इन्हां दी ऑफर लेटर मंगवा लेने, स्टेप्स चलते रहंदे नाल दी नाल। और जब तक इन्हां दे पेरेंट्स नु फाइनेंशियल दा दस दित्ता जांदा है। जब बच्चा बाहरों आइल्स कर रहा जेड़ा प्योरली आइल्स इंस्टीट्यूट है, उन्हों ते कि जिन्ना लंबा चलेगा उन्हां दी फीसां बनणगीਆਂ ते साडा इत्थे करके बच्चे नु पैसा काफी सेविंग हुंदी है, ਉਹਦਾ पैसा वेस्ट नहीं जांदा। दूसरा ਅਸੀਂ ਇਹ ਨਹੀਂ ਕਿ ਫਾਈਲ ਲੈਣ ਦੇ ਚੱਕਰ 'ਚ ਉਹਨਾਂ ਨੂੰ ਕੋਈ ਮਿਸਗਾਈਡ ਕਰਾਂਗੇ। ਜੇ ਨਹੀਂ ਲੱਗਦਾ ਕੇਸ, ਅਸੀਂ ਟੋਟਲ ਮਨਾ ਕਰ ਦਿੰਨੇ ਆ।
ਉਸ ਤੋਂ ਕੀ ਹੈ ਕਿ ਉਹਦਾ ਜਿਹੜਾ 1,50,000 ਖਰਾਬ ਹੋਣਾ ਉਸ ਤੋਂ ਬਚ ਜਾਏਗਾ। ਠੀਕ ਹੈ, ਠੀਕ ਹੈ। ਮੇਨ ਜਿਹੜੀ ਜੈਨੂਇਨ ਕੰਸਲਟੈਂਸੀ ਦਾ ਮਤਲਬ ਹੈ ਕਿ ਤੁਸੀਂ ਬੱਚੇ ਨੂੰ ਸਹੀ ਗਾਈਡ ਕਰੋ। ਸਹੀ ਗਾਈਡ ਦੇ ਵਿੱਚ ਤੇ ਕਿ ਉਹਦਾ ਪੈਸਾ ਬਚਾਓ, ਉਹਦਾ ਟਾਈਮ ਬਚਾਓ, ਔਰ ਜੋ ਕੁਝ ਉਹ ਕਰ ਸਕਦਾ ਉਹਨੂੰ ਉਹਦੇ ਵਾਸਤੇ ਗਾਈਡ ਕਰੋ। ਬਿਲਕੁਲ ਮੈਮ, ਇੱਥੇ ਜ਼ਰੂਰ ਜਾਣਨਾ ਚਾਹੂੰਗੀ ਗੱਲ ਕਿ ਅਗਰ ਹੁਣ ਆਪਾਂ ਕੈਨੇਡਾ ਦੀ ਗੱਲ ਕਰੀਏ ਤਾਂ ਕੀ ਜਨਵਰੀ ਇਨਟੇਕ ਲਈ ਹੁਣ ਸਟੂਡੈਂਟਸ ਕਦੋਂ ਤੱਕ ਲਾਸਟ ਅਪਲਾਈ ਕਰ ਸਕਦੇ ਨੇ ਤਾਂ ਕਿ ਜਨਵਰੀ ਇਨਟੇਕ ਲਈ ਉਹਨਾਂ ਨੂੰ ਸੀਟ ਅਵੇਲੇਬਲ ਹੋ ਸਕੇ? 20 to 30% ਸੀਟਾਂ ਬਚੀਆਂ। ਓਕੇ। ਆਲਮੋਸਟ 70-80% ਸੀਟਾਂ ਖਤਮ ਹੋ ਗਈਆਂ। ਜਿਹੜਾ ਸਟੂਡੈਂਟ ਰਹਿ ਗਿਆ ਤੇ ਉਹ ਕੋਸ਼ਿਸ਼ ਕਰ ਲੈ ਇਮੀਡੀਏਟ ਅਪਲਾਈ ਕਰਨ ਦੀ, ਜੇ ਸੀਟ ਮਿਲਦੀ ਹੈ। ਔਰ ਜੇ ਉਹਨਾਂ ਦੀ ਕੋਈ ਸੀਟ ਟੈਕਨੀਕਲ ਹੈ, ਮੰਨ ਲਓ ਇੰਜੀਨੀਅਰਿੰਗ ਰਿਲੇਟਡ ਕੋਈ ਪਾਰਟਿਕੂਲਰ ਕੋਰਸ ਹੈ, ਸੀਟ ਅਵੇਲੇਬਲ ਨਹੀਂ ਹੈ, ਉਹ ਮੇ ਇਨਟੇਕ ਦਾ ਆਫਰ ਲੈਟਰ ਲੈ ਕੇ ਰੱਖ ਲੈ, ਨਹੀਂ ਤੇ ਆਉਣ ਵਾਲੇ 1 ਮਹੀਨੇ ਚ ਮੇ ਇਨਟੇਕ ਵੀ ਖਤਮ ਹੋ ਜਾਏਗਾ। ਫਿਰ ਉਹ ਸਟਰਗਲ ਕਰਨਗੇ ਕਿ ਸਾਨੂੰ ਉਹ ਸਾਡੀ ਚੁਆਇਸ ਦਾ, ਕਿਉਂਕਿ ਕੈਨੇਡਾ ਰਿਜੈਕਸ਼ਨ ਕਿਉਂ ਹੁੰਦੀ ਹੈ? ਜੇ ਤੁਸੀਂ ਕੋਰਸ ਜਿਹੜਾ ਮਿਸਮੈਚ ਲਿੱਤਾ ਹੋਇਆ, ਤੁਹਾਡੀ ਆਇਲਸ ਦੀ ਬੈਂਡ ਠੀਕ ਨਹੀਂ ਹੈ, ਤੁਹਾਡਾ ਗੈਪ ਜ਼ਿਆਦਾ ਹੈ, ਪਰਸੈਂਟੇਜ ਠੀਕ ਨਹੀਂ ਹੈ, ਟੈਕਨੀਕਲ ਚੀਜ਼ਾਂ ਸਾਰੀਆਂ ਹੀ, ਤੇ ਜਦ ਤੁਸੀਂ ਟਾਈਮਲੀ ਅਪਲਾਈ ਕਰਦੇ ਹੋ, ਤੁਹਾਨੂੰ ਨਹੀਂ ਜਨਵਰੀ ਦਾ ਮਿਲ ਰਿਹਾ, ਤੁਹਾਡੇ ਕੋਰਸ ਦੇ ਰੈਲੀਵੈਂਟ ਨਹੀਂ ਮਿਲ ਰਿਹਾ, ਮਈ ਦਾ ਮਿਲ ਰਿਹਾ, ਤੁਸੀਂ ਮਈ ਦਾ ਲੈ ਲਓ। ਕੋਰਸ ਇਰੈਲੀਵੈਂਸੀ ਤੇ ਨਹੀਂ ਹੋਏਗੀ ਨਾ, ਉਸ ਦੇ ਉੱਪਰ ਫਿਰ ਰਿਜੈਕਸ਼ਨ ਦੇ ਚਾਂਸਸ ਬਹੁਤ ਘੱਟ ਹੋ ਜਾਂਦੇ ਆ। ਤੇ ਮੈਮ ਜੇ ਆਪਾਂ ਗੱਲ ਕਰਦੇ ਹਾਂ ਕੋਰਸ ਰੈਲੀਵੈਂਟ ਹੋਣ ਦੀ, ਕਈ ਵਾਰੀ ਜੈਨੂਇਨਲੀ ਸਟੂਡੈਂਟ ਚਾਹੁੰਦਾ ਹੁੰਦਾ ਕਿ ਜੋ ਚਾਹੇ ਮੈਂ ਪਿੱਛੇ ਕਰਕੇ ਆਇਆ ਤੇ ਹੁਣ ਮੈਂ ਕੁਝ ਨਵਾਂ ਸਿੱਖਣਾ ਚਾਹੁੰਦਾ, ਜੈਨੂਇਨ ਉਹਦਾ ਇੰਟਰਸਟ ਹੁੰਦਾ, ਤਾਂ ਉਸ ਦੇ ਵਿੱਚ ਕੀ ਸਟੂਡੈਂਟ ਨੂੰ ਇੱਕ ਪੱਕਾ ਹੀ ਹੋ ਗਿਆ ਕਿ ਜੋ ਪਹਿਲਾਂ ਆਪਾਂ ਕਰ ਰਹੇ ਹਾਂ ਉਸ ਦੇ ਰੈਲੀਵੈਂਟ ਹੀ ਸਟੱਡੀ ਕਰਨੀ ਹੈ? ਬਿਲਕੁਲ ਡਿਫਰੈਂਟ ਹੋਏਗੀ। ਮੰਨ ਲਓ ਮੈਡੀਕਲ ਦਾ ਕੋਰਸ ਹੈ ਔਰ ਤੁਸੀਂ ਹਸਪਿਟੈਲਿਟੀ ਲੈ ਰਹੇ ਹੋ, ਉਹ ਤਾਂ ਟੋਟਲ ਡਿਫਰੈਂਟ ਹੋ ਗਿਆ ਨਾ। ਫਿਰ ਤੁਹਾਡੀ ਕਿੰਨੀ ਰੈਲੀਵੈਂਸੀ ਹੈ ਉਹ ਵੀ ਦੇਖਿਆ ਜਾਏਗਾ। ਮੰਨ ਲਓ ਬੱਚੇ ਨੇ ਆਰਟਸ ਕੀਤਾ ਹੈ ਪਰ ਉਹਦੇ ਕੋਲ ਇੱਕ ਸਬਜੈਕਟ ਕੰਪਿਊਟਰ ਦਾ ਸੀਗਾ ਔਰ ਅੱਗੇ ਕੰਪਿਊਟਰ ਰੱਖ ਰਿਹਾ ਹੈ ਤੇ ਉਹਦੇ ਵਿੱਚ ਆਈਟੀ ਰੱਖ ਰਿਹਾ, ਤੇ ਐਸਓਪੀ ਬਹੁਤ ਸਟਰੋਂਗਲੀ ਉਹ ਮੈਂਸ਼ਨ ਕਰੇਗਾ ਕਿ ਆਲਰੇਡੀ ਮੈਂ ਇੱਕ ਸਬਜੈਕਟ ਪੜ੍ਹਿਆ ਹੋਇਆ ਹੈ। ਰੈਲੀਵੈਂਸੀ ਤੇ ਦਿਖਾਏਗਾ ਨਾ। ਜੇ ਰੈਲੀਵੈਂਸੀ ਨਹੀਂ ਦਿਖਾ ਸਕਦਾ, ਮੰਨ ਲਓ ਉਹਨੇ ਨਹੀਂ ਇਦਾਂ ਦੇ ਕੋਈ ਸਬਜੈਕਟ ਰੱਖੇ ਤੇ ਉਹਨੇ ਕੋਈ ਆਨਲਾਈਨ ਜਾਂ ਪਾਰਟ ਟਾਈਮ ਕੁਝ ਤੇ ਕੋਰਸ ਕੀਤਾ ਹੋਏਗਾ ਜਿਸ ਤੋਂ ਉਸ ਨੂੰ ਨੌਲੇਜ ਆਈ ਹੋਏਗੀ, ਉਸ ਤੋਂ ਪਤਾ ਚੱਲਿਆ ਕਿ ਇਹ ਕੋਰਸ ਵਾਕਈ ਚ ਮੇਰੇ ਵਾਸਤੇ ਠੀਕ ਹੈ, ਜਿਸ ਤੋਂ ਉਸਦਾ ਇੰਟਰਸਟ ਪਤਾ ਚੱਲੇਗਾ। ਅਦਰਵਾਈਜ਼ ਇੰਟਰਸਟ ਕਿੱਦਾਂ ਸ਼ੋ ਕਰੋਗੇ ਕਿ ਵਾਕਈ ਚ ਤੁਸੀਂ ਤੇ ਕਹਿਤਾ ਮੇਰਾ ਇੰਟਰਸਟ ਹੈ, ਲੇਕਿਨ ਉਹਨੂੰ ਪ੍ਰੂਵ ਕਿੱਦਾਂ ਕਰੋਗੇ ਤੁਸੀਂ? ਜੀ ਬਿਲਕੁਲ। ਸੋ ਤੁਸੀਂ ਵੀ ਸਾਰੇ ਜ਼ਰੂਰ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਕਰੋ ਕਿਉਂਕਿ ਇਹ ਉਹ ਚੀਜ਼ਾਂ ਦੇ ਉੱਪਰ ਆਪਾਂ ਅੱਜ ਗੱਲਬਾਤ ਕਰ ਰਹੇ ਹਾਂ ਜੋ ਸਟੂਡੈਂਟਸ ਨੂੰ ਪਤਾ ਹੋਣੀਆਂ ਬਹੁਤ ਜ਼ਰੂਰੀਆਂ ਨੇ ਤਾਂ ਕਿ ਤੁਸੀਂ ਸਹੀ ਤਰੀਕੇ ਨਾਲ ਆਪਣਾ ਵੀਜ਼ਾ ਦਾ ਪ੍ਰੋਸੈਸ ਕਰਵਾਓ, ਨਾਲ ਦੀ ਨਾਲ ਤੁਸੀਂ ਰਿਫਿਊਜ਼ਲ ਤੋਂ ਵੀ ਜ਼ਰੂਰ ਬਚੋ। ਅੱਗੋਂ ਆਪਾਂ ਮੈਮ ਯੂਐਸਏ ਦੀ ਅਗਰ ਹੁਣ ਗੱਲ ਕਰੀਏ ਤਾਂ ਯੂਐਸਏ ਨੂੰ ਲੈ ਕੇ ਕਿਹੜੇ ਸਟੂਡੈਂਟਸ ਜੋ ਨੇ ਹੁਣ ਅਪਲਾਈ ਕਰ ਸਕਦੇ ਨੇ ਔਰ ਕੀ ਸਕੋਪ ਦਿਖਦਾ, ਕੀ ਵੀਜ਼ਾ ਸਕਸੈਸ ਰੇਟ ਰਹਿ ਰਿਹਾ ਯੂਐਸਏ ਦਾ? ਮੈਂ ਸ਼ਾਇਦ ਪਿਛਲੇ ਕੁਐਸਚਨ 'ਚ ਵੀ ਦੱਸ ਚੁੱਕੀ ਕਿ ਯੂਐਸ ਇਸ ਟਾਈਮ 95-96% ਸਕਸੈਸ ਰੇਟ ਚੱਲ ਰਿਹਾ। ਮਤਲਬ ਇਸ ਵਾਰੀ ਪਹਿਲੀ ਵਾਰੀ ਇਦਾਂ ਦਾ ਦੇਖਣ 'ਚ ਆਇਆ ਕਿ ਵਿਦਆਊਟ ਆਇਲਸ ਵੀ ਬੱਚਿਆਂ ਨੂੰ ਵੀਜ਼ੇ ਲੱਗੇ ਆ, ਜਿਹੜਾ ਕਿ ਇੱਕ ਬੜਾ ਯੂਐਸ ਬੜਾ ਸਿਲੈਕਟਿਵ ਕੰਟਰੀ ਹੈ, ਬੜੇ ਅੱਛੇ ਕੁਆਲਿਟੀ ਸਟੂਡੈਂਟਸ ਨੂੰ ਵੀਜ਼ਾ ਦਿੰਦਾ ਹੈ। ਹਰ ਕਿ ਉਹਨਾਂ ਨੇ ਵਿਦਆਊਟ ਆਇਲਸ ਵੀ, ਵਿਦਆਊਟ ਆਇਲਸ ਦਾ ਮਤਲਬ ਇਹ ਨਹੀਂ ਕਿ ਬੱਚਾ ਪੰਜਾਬੀ 'ਚ ਉੱਥੇ ਜਾ ਕੇ ਗੱਲ ਕਰੇਗਾ ਉਹਨੂੰ ਵੀਜ਼ਾ ਦੇ ਦੇਣਗੇ, ਬਟ ਉਹਨੇ ਜਿਹੜਾ ਇੰਗਲਿਸ਼ ਕਮਿਊਨੀਕੇਸ਼ਨ ਸਕਿੱਲ ਠੀਕ ਹੋਣੀ ਚਾਹੀਦੀ, ਕੌਨਫੀਡੈਂਸ ਹੋਣਾ ਚਾਹੀਦਾ ਸਪੀਕਿੰਗ 'ਚ, ਚਾਹੇ 5.5 ਬੈਂਡ ਵੀ ਹੋਣ ਪਰ ਉਹਦਾ ਕੌਨਫੀਡੈਂਸ ਜਿਹੜਾ ਠੀਕ ਹੈ ਤੇ ਉਹਦਾ ਜਿਹੜਾ ਹੈ ਮੇਰੇ ਖਿਆਲ ਕਾਲ ਆ ਰਹੀ ਹੈ, ਤੁਸੀਂ ਕਾਲ ਲੈ ਸਕਦੇ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ बोल रहे हो? सर जी, मैं चंडीगढ़ से बात कर रही हूँ। मेरा नाम ममता है। मैंने अपने बेटी के रिगार्डिंग मैम से कुछ यूएसए के लिए इन्फॉर्मेशन लेनी थी। हाँ जी, ਤੁਸੀਂ प्रोफाइल ਦੱਸ ਦਿਓ। मैम गुड़िया ने मेरी 2020 में +2 पास आउट की है कॉमर्स स्ट्रीम से। ओके, तो यूएसए के लिए बच्चे के लिए विदाउट आइल्स के ऑप्शंस अवेलेबल होंगे मैम? जी ਵਿਦਆਊਟ ਆਇਲਸ। ਬਿਲਕੁਲ, ਆਪਾਂ ਇਹੀ ਕੁਐਸਚਨ ਮੇਰੇ ਖਿਆਲ ਡਿਸਕਸ ਕਰ ਰਹੇ ਸੀਗੇ ਜੀ ਬਿਲਕੁਲ, ਔਰ ਬੜੇ ਰੈਲੇਵੈਂਟ ਟਾਈਮ ਤੇ ਇਹਨਾਂ ਨੇ ਉਹ ਕੁਐਸਚਨ ਪੁੱਛਿਆ ਜੀ। ਤੇ ਇਹ ਜਿਹੜਾ ਵਿਦਆਊਟ ਆਇਲਸ ਜਾਂ ਬੱਚੇ ਦੀ ਕਮਿਊਨੀਕੇਸ਼ਨ ਸਕਿੱਲਸ ਠੀਕ ਹੈ ਤੇ ਉਹ ਵਿਦਆਊਟ ਆਇਲਸ ਅਪਲਾਈ ਕਰ ਸਕਦੇ ਆ। ਆਲਦੋ ਮੈਂ ਉਸ ਚੀਜ਼ ਨੂੰ ਬਹੁਤ ਘੱਟ ਐਨਕਰੇਜ ਕਰਦੀ ਹਾਂ ਵਿਦਆਊਟ ਆਇਲਸ, ਲੇਕਿਨ ਇਹ ਹੈ ਕਿ ਉਹ ਆਪਸ਼ਨ ਅਵੇਲੇਬਲ ਹੈ। ਵਿਦਆਊਟ ਆਇਲਸ ਸਾਰੀ ਯੂਨੀਵਰਸਿਟੀਆਂ ਨਹੀਂ ਦਿੰਦੀ, ਬਟ ਕੁਝ ਯੂਨੀਵਰਸਿਟੀਆਂ MOI ਮਤਲਬ ਮੀਡੀਅਮ ਆਫ ਇੰਸਟਰਕਸ਼ਨ ਤੁਹਾਡਾ ਇੰਗਲਿਸ਼ ਹੈ, ਉਹਦੇ ਬੇਸ ਤੇ ਉਹ I-20 ਦਿੰਦੀਆਂ, ਆਫਰ ਲੈਟਰ ਦਿੰਦੀਆਂ, ਜਿਹਦੇ ਬੇਸ ਤੇ ਤੁਸੀਂ ਅਪਲਾਈ ਕਰ ਸਕਦੇ ਹੋ। ਦੇਖੋ 3-4-5 ਕੁਐਸਚਨ ਹੁੰਦੇ ਆ ਮੇਨਲੀ। ਵਾਈ ਯੂ ਵਾਂਟ ਟੂ ਗੋ ਟੂ USA, ਕੋਈ ਵੀ ਕੰਟਰੀ ਦਾ ਜਦ ਇੰਟਰਵਿਊ ਹੁੰਦਾ ਹੈ, why this university, why not other university, why not India, why USA, है ना? ਉੱਥੇ ਜਾ ਕੇ ਜਿਹੜੀ ਪੜ੍ਹਾਈ ਕਰੋਗੇ ਉਹਦੇ ਰਿਲੇਟਡ ਕੰਟੈਂਟ ਪੁੱਛ ਸਕਦੇ ਆ। ਫਿਰ ਇਹ ਜਿਹੜਾ ਤੁਹਾਡਾ ਕੋਰਸ ਹੈ ਫਿਊਚਰ 'ਚ ਕਿੱਦਾਂ ਇੰਪਲੀਮੈਂਟ ਕਰੋਗੇ, ਇਹਦਾ ਕੀ ਆਊਟਕਮ ਹੋਏਗਾ, ਜਿਹੜਾ ਤੁਸੀਂ ਪੈਸਾ ਲਾ ਰਹੇ ਹੋ ਉਹਦੀ ਵਸੂਲੀ ਕਿੱਦਾਂ ਕਰੋਗੇ, ਮਤਲਬ ਆਪਣਾ ਕੈਰੀਅਰ ਕਿੱਦਾਂ ਬਣਾਓਗੇ। ਇਹ ਚੀਜ਼ਾਂ ਜੇ ਬੱਚਾ ਚੰਗੀ ਤਰ੍ਹਾਂ ਦੱਸਦਾ ਹੈ ਤੇ ਕਦੀ ਵੀ ਉਹਦਾ ਵੀਜ਼ਾ ਰਿਜੈਕਟ ਨਹੀਂ ਹੋ ਸਕਦਾ ਜੀ। ਬਾਕੀ ਬੱਚੇ ਦਾ ਕੌਨਫੀਡੈਂਸ ਲੈਵਲ US ਦੇ ਵਿੱਚ ਟੋਟਲ ਕੌਨਫੀਡੈਂਸ ਲੈਵਲ ਹੈ। ਪੇਪਰ ਤੁਸੀਂ ਇੱਕ ਨਾ ਲੈ ਕੇ ਜਾਓ,
ਜਦ ਤੁਹਾਡਾ ਕੌਨਫੀਡੈਂਸ ਵਧੀਆ ਤੁਹਾਡਾ ਵੀਜ਼ਾ ਲੱਗਣਾ ਹੀ ਲੱਗਣਾ। ਜੀ 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 ਬਿਲਕੁਲ। ਤੇ ਇਜ਼ੀਲੀ ਵੀ ਖਾਸ ਜਿਵੇਂ ਕਿ ਤੁਸੀਂ ਕਿਹਾ ਵੀ ਤੁਸੀਂ ਤਿਆਰੀ ਪੂਰੀ ਬੱਚਿਆਂ ਨੂੰ ਸਟੂਡੈਂਟਸ ਨੂੰ ਕਰਵਾਉਂਦੇ ਕਿਉਂਕਿ USA ਮੇਨਲੀ ਇੰਟਰਵਿਊ ਦੇ ਉੱਪਰ ਹੀ ਹੈ ਕਿ ਅਗਰ ਸਟੂਡੈਂਟ ਕੌਨਫੀਡੈਂਸ ਦੇ ਨਾਲ ਆਪਣੇ ਇੰਟਰਵਿਊ ਵਿੱਚ ਸਹੀ ਤਰੀਕੇ ਮੇਰੇ ਜਿਹੜੇ ਡੈਡੀਕੇਟਿਡ ਜਿਹੜੇ ਆ ਸਟਾਫ ਮੈਂਬਰ ਹੈ ਇੱਕ ਇੱਕ ਬੱਚੇ ਦੇ ਪਿੱਛੇ ਇੱਕ ਇੱਕ ਸਟਾਫ ਮੈਂਬਰ ਲੱਗਦਾ। ਠੀਕ ਹੈ ਜਦ ਤੱਕ ਉਹਦੀ ਵੀਜ਼ਾ ਇੰਟਰਵਿਊ ਪ੍ਰੈਪਰੇਸ਼ਨ ਨਹੀਂ ਹੋ ਜਾਂਦੀ ਅਸੀਂ ਆਪ ਨਹੀਂ ਛੋੜਦੇ। ਮਤਲਬ ਇੰਨਾ ਹੀ ਕਿ ਸਾਡੇ ਸਟ੍ਰਿਕਟਲੀ ਤਿਆਰੀ ਚੱਲਦੀ ਹੈ ਕਿ ਐਮਬੈਸੀ ਜਾਂ ਯੂਨੀਵਰਸਿਟੀ ਤੋਂ ਜਦ ਕਾਲ ਆਉਂਦੀ ਹੈ, ਈਵਨ ਮੈਂ ਆਪ ਵੀ ਕਰਾਨੀ ਆ ਫਾਈਨਲ ਸਟੇਜ ਤੇ, ਉਹ ਕਹਿੰਦੇ ਮੈਡਮ ਜਿਹੜੇ ਕੁਐਸਚਨ ਤੁਸੀਂ ਦੱਸੇ ਸੀ ਐਗਜ਼ੈਕਟਲੀ ਉਹਨਾਂ ਨੇ ਉਹੀ ਪੁੱਛੇ ਆ। ਜੀ 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 ਕਿਉਂਕਿ ਉਹ ਜਿਹੜਾ ਇੱਕ ਤਿਆਰੀ ਕਰਾਉਣ ਦਾ ਇੰਨਾ ਤਜਰਬਾ ਸਾਡਾ ਜਿਹੜਾ ਹੈ, ਸਾਨੂੰ ਪਤਾ ਕਿ ਐਗਜ਼ੈਕਟਲੀ ਇਹਨਾਂ ਨੇ ਕੀ ਪੁੱਛਣਾ। ਜੀ 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 ਉਸ ਹਿਸਾਬ ਨਾਲ ਇਹਨਾਂ ਦੀ ਅਸੀਂ ਤਿਆਰੀ ਕਰਾਉਂਦੇ ਆ। ਮੈਂ ਤੁਹਾਨੂੰ ਇਸ ਚੀਜ਼ 'ਚ ਇੱਕ ਐਗਜ਼ਾਮਪਲ ਦੇ ਸਕਦੀ ਹਾਂ। ਜੀ ਜੀ ਇੱਕ ਹੁਣੇ ਬੱਚੇ ਮੈਂ ਆਫਿਸ ਤੋਂ ਜਦ ਚੱਲੀ ਤੇ ਉਹਦੇ ਫਾਦਰ ਆਏ ਸੀਗੇ, ਉਹ ਜਦ ਕੇਸ ਲੈ ਕੇ ਆਏ, ਉਹਨਾਂ ਦਾ ਵੀ ਕੇਸ ਕਿਸੇ ਨਾਮ ਬੜਾ ਅੱਛਾ ਹੈ ਕੰਪਨੀ ਦਾ, ਮੈਂ ਨਾਮ ਤੇ ਲੈ ਨਹੀਂ ਸਕਦੀ, ਉੱਥੋਂ ਸਪੋਇਲ ਕਰਾ ਕੇ ਆਏ ਸੀਗੇ। ਓਕੇ ਜਦ ਆਏ ਆ ਵਿਦਆਊਟ ਆਇਲਸ ਸੀਗਾ ਬੱਚੇ ਦਾ, ਚੰਡੀਗੜ੍ਹ ਦੀ ਸਟੂਡੈਂਟ ਹੈ, CBSE ਤੋਂ ਕੀਤਾ ਹੋਇਆ, ਪਰਸੈਂਟੇਜ ਠੀਕ ਸੀਗੀ, ਅਸੀਂ ਵਿਦਆਊਟ ਆਇਲਸ ਉਹਦਾ UK ਲਗਾਤਾ ਜੀ ਕਿਉਂਕਿ ਜਾਣਾ ਹੀ UK ਸੀਗਾ। ਫੋਟੋਗ੍ਰਾਫੀ ਉਹਨੂੰ ਸਪੈਸ਼ਲ ਇੱਕ ਕੋਰਸ ਜਿਹੜਾ ਫੋਟੋਗ੍ਰਾਫੀ ਇੱਕ ਆਮ ਬੱਚਾ ਨਹੀਂ ਲੈਂਦਾ। ਹੁਣ ਵਿਦਆਊਟ ਆਇਲਸ ਫੋਟੋਗ੍ਰਾਫੀ ਦਾ ਕੋਰਸ ਪਹਿਲੇ ਅਸੀਂ ਚੂਜ਼ ਕੀਤਾ ਕਿਹੜੀ ਯੂਨੀਵਰਸਿਟੀ ਲੈ ਰਹੀ ਹੈ, ਫਿਰ ਇਨ ਦਾ ਮੀਨ ਟਾਈਮ ਅਸੀਂ ਉਹਦੇ ਵਿੱਚ ਜਦ ਤੱਕ ਇਹਦਾ ਆਫਰ ਲੈਟਰ ਆਇਆ ਟੋਟਲ ਫ੍ਰੀ ਆਫ ਕਾਸਟ ਮੈਂ ਉਹਨੂੰ ਆਇਲਸ ਆਪਣੇ ਇੰਸਟੀਚਿਊਟ 'ਚ ਕਰਾਤੀ। ਅੱਛਾ ਠੀਕ ਹੈ, ਉਹਦਾ ਜਦ ਤੱਕ ਆਫਰ ਲੈਟਰ ਆਇਆ ਫੀਸਾਂ ਪੇ ਹੋਈਆਂ ਕਿਉਂਕਿ ਜਾਣਾ ਤਾਂ ਕੁਝ ਉਹਨਾਂ ਨੂੰ ਆਇਲਸ ਨਹੀਂ ਚਾਹੀਦੀ ਸੀਗੀ, ਫਿਰ ਵੀ ਅਸੀਂ ਉਹਨੂੰ ਟੋਟਲ ਫ੍ਰੀ ਆਫ ਕਾਸਟ ਕਰਾਤੇ ਕਿ ਜਿਹੜੀ ਅੰਬੈਸੀ ਨੂੰ ਹੈ, ਅੰਬੈਸੀ ਨੂੰ ਉਹ ਚੀਜ਼ ਜਿਹੜੀ ਹੈ ਤੁਹਾਡਾ ਇਹ ਲੱਗ ਜਾਏਗੀ ਬੱਚੇ ਨੇ ਆਇਲਸ ਕੀਤੀ ਹੈ ਤੇ ਉਹਦਾ ਜਿਹੜਾ ਇੰਟਰਵਿਊ ਚਾਂਸਸ ਖਤਮ ਹੋ ਜਾਣਗੇ। ਤੇ ਇਸ ਕਾਰਨ ਜਿਹੜਾ ਸਾਡਾ ਨਾਲ ਦੀ ਨਾਲ ਸਟੈਪ, ਹੁਣ ਉਹਦੀ ਕੈਸ਼ ਲੈਟਰ ਆਣੀ ਹੈ, ਫੀਸ ਪੇ ਹੋ ਚੁੱਕੀ ਹੈ, ਕੈਸ਼ ਲੈਟਰ ਦੇ ਨਾਲ ਹੀ ਉਹਦਾ ਜਿਹੜਾ ਆਇਲਸ ਦਾ ਰਿਜ਼ਲਟ ਵੀ ਚਲਿਆ ਜਾਣਾ। ਜੀ 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 ਬਿਲਕੁਲ। ਸੋ ਨੈਵੀਗੇਟਰ ਓਵਰਸੀਜ਼ ਜਿੱਥੇ ਕਿ ਬੱਚਿਆਂ ਨੂੰ ਆਇਲਸ ਦੀ ਵੀ ਫ੍ਰੀ ਕੋਚਿੰਗ ਦਿੱਤੀ ਜਾਂਦੀ ਹੈ ਤਾਂ ਕਿ ਸਟੂਡੈਂਟਸ ਨੂੰ ਘੱਟ ਸਮੇਂ ਵਿੱਚ ਬਹੁਤ ਵਧੀਆ ਤਿਆਰੀ ਕਰਵਾ ਕੇ ਉਹਨਾਂ ਦਾ ਆਇਲਸ ਸਕੋਰ ਜਿੰਨਾ ਉਹਨਾਂ ਦਾ ਚਾਹੀਦਾ ਹੈ ਕੋਰਸ ਦੇ ਲਈ ਉਹਨਾਂ ਕਰਵਾਇਆ ਜਾਏ। ਤੇ ਨਾਲ ਦੀ ਨਾਲ ਇੱਕ ਪ੍ਰੋਪਰ ਗਾਈਡੈਂਸ ਦੇ ਲਈ ਤੁਸੀਂ ਜ਼ਰੂਰ ਇੱਕ ਵਾਰੀ ਵਿਜ਼ਿਟ ਕਰ ਸਕਦੇ ਹੋ ਚੰਡੀਗੜ੍ਹ, ਬਟਾਲਾ ਤੇ ਪਠਾਨਕੋਟ ਵਿੱਚ ਇਹਨਾਂ ਦੇ ਆਫਿਸ ਨੇ। ਇਹਨਾਂ ਨੰਬਰਾਂ ਉੱਪਰ ਕਾਲ ਵੀ ਕਰ ਸਕਦੇ ਹੋ। ਮੈਮ UK ਬਾਰੇ ਵੀ ਬਹੁਤ ਸਾਰੇ ਸਵਾਲ ਸੀ, ਸਮਾਂ ਹਾਲਾਂਕਿ ਸਾਡੇ ਕੋਲ ਘੱਟ ਹੈ ਪਰ ਮੈਂ ਚਾਹੂੰਗੀ ਕਿ ਆਪਾਂ ਜ਼ਰੂਰ UK ਬਾਰੇ ਵੀ ਡਿਸਕਸ ਕਰ ਲਈਏ। ਕਿੰਨਾ ਕੁ ਇੰਟਰਸਟ ਹੁਣ UK ਦਾ, ਕਿਉਂਕਿ ਸਟੂਡੈਂਟਸ ਬਹੁਤ ਜ਼ਿਆਦਾ UK ਬਾਰੇ ਕੁਐਰੀਜ਼ ਆ ਰਹੀ ਹੈ। ਇਟ ਮੀਨਸ ਸਟੂਡੈਂਟਸ ਨੂੰ ਚਾਹੁੰਦੇ ਨੇ ਕਿ ਅਸੀਂ ਚਲੋ ਕੈਨੇਡਾ ਕਿਤੇ ਸਟ੍ਰਿਕਟ ਹੋਇਆ ਪਿਆ ਤਾਂ UK ਵੱਲ ਰੁਝਾਨ ਵਧਿਆ ਨਾਲ। ਦੇਖੋ ਤੁਸੀਂ ਆਸਟ੍ਰੇਲੀਆ ਐਂਡ ਨਿਊਜ਼ੀਲੈਂਡ ਦੇ ਬਾਰਡਰ ਆਲਮੋਸਟ ਕਲੋਜ਼ ਹੈ ਰਾਈਟ ਨਾਓ, ਤੇ ਉਹ ਬੱਚੇ ਨੇ ਤੇ ਬਾਹਰ ਜਾਣਾ, ਉਹਨਾਂ ਨੇ ਦੇਖਿਆ UK ਨੇ ਬਾਰਡਰ ਖੋਲਿਆ, US ਨੇ ਜਸਟ ਓਪਨ ਕੀਤੇ ਆ ਸਟੂਡੈਂਟ ਵਾਸਤੇ। ਕੈਨੇਡਾ ਨੇ ਇਹ ਹੈ ਕਿ ਵੀਜ਼ਾ ਸਾਰੇ ਆਏ ਆ, ਇਹ 2 ਦਿਨ ਹੀ ਖਾਲੀ ਵੀਜ਼ਾ ਰਿਜੈਕਟ ਹੋਏ ਸੀ। ਹੁਣ ਇਲੈਕਸ਼ਨ ਜਿਹੜੇ ਹੈ ਉਸ ਦਾ ਰਿਜ਼ਲਟ ਆਏਗਾ ਤੇ ਪਤਾ ਚੱਲੇਗਾ ਇਮੀਗ੍ਰੇਸ਼ਨ ਪਾਲਿਸੀਜ਼ ਕੀ ਹੈ। ਹੋ ਸਕਦਾ ਇਮੀਗ੍ਰੇਸ਼ਨ ਪਾਲਿਸੀਜ਼ ਈਜ਼ੀ ਵੀ ਹੋਣ ਕਿਉਂਕਿ ਇਮੀਗ੍ਰੈਂਟ ਦੇ ਬਿਨਾ ਕੈਨੇਡਾ ਦਾ ਗੁਜ਼ਾਰਾ ਨਹੀਂ ਹੈ। UK ਵਿੱਚ ਕੀ ਫਾਇਦਾ ਹੈ ਕਿ ਬੱਚਾ ਜੇ ਆਇਲਸ 'ਚ 5.5 ਬੈਂਡ 4 'ਚ ਵੀ ਹੈ, ਚਾਹੇ ਉਹਨੇ ਗ੍ਰੈਜੂਏਸ਼ਨ ਕੀਤੀ ਹੈ ਚਾਹੇ ਅੰਡਰ ਗ੍ਰੈਜੂਏਸ਼ਨ ਹੈ, ਉਹ ਜਾ ਸਕਦਾ ਕਿਉਂਕਿ ਉਹਨਾਂ ਦੀ ਮਿਨੀਮਮ ਰਿਕੁਆਇਰਮੈਂਟ 5.5 ਈਚ ਹੈ। ਗੈਪ 2-3 ਸਾਲ ਦਾ ਚੱਲ ਜਾਂਦਾ ਹੈ, ਉੱਥੇ ਕੋਈ ਇੰਨਾ ਸਟ੍ਰਿਕਟ ਨਹੀਂ ਕਿ ਗੈਪ ਨਹੀਂ ਹੋਣਾ ਚਾਹੀਦਾ। ਇਹ ਅੱਛਾ ਪਰਸੈਂਟੇਜ ਵੀ ਬੜੀ ਲੀਨੀਅੰਟ ਇੱਕ ਪਾਸਿੰਗ ਪਰਸੈਂਟੇਜ ਤੇ ਲੈ ਲੈਂਦੇ ਆ। ਇਹ ਥੋੜੇ ਜਿਹੇ ਫਾਇਦੇ, ਔਰ ਇਸ ਟਾਈਮ UK ਨੇ ਵੀ ਇੰਟਰਵਿਊ ਨਾ ਦੇ ਬਰਾਬਰ ਕੀਤੀ ਹੈ। ਤੇ ਵੀਜ਼ਾ ਜਿਹੜਾ ਹੈ UK ਔਰ US ਇਸ ਟਾਈਮ ਜੇ ਕੰਪੇਅਰ ਕਰੀਏ, US 'ਚ ਜਿਹੜਾ ਇੱਕ ਵਿੰਡੋ ਇੰਟਰਵਿਊ ਹੁੰਦੀ ਬਹੁਤ ਛੋਟੀ ਜਿਹੀ ਹੈ। ਇਹ UK ਦੇ ਵਿੱਚ ਇਸ ਟਾਈਮ ਇੰਟਰਵਿਊ ਬਹੁਤ ਘੱਟ ਹੋ ਰਹੀਆਂ। ਇਹੀ ਚੀਜ਼ ਸਟੂਡੈਂਟ ਨੇ ਆਪਣੀ ਪ੍ਰਾਇੋਰਟੀ ਦੇਖਣੀ ਹੈ ਕਿ ਉਹਨੇ UK ਦੇ ਵਿੱਚ ਜਿਹੜੀ ਸਕਾਲਰਸ਼ਿਪ ਵੀ ਬਹੁਤ ਹੈਵੀ ਲੱਗ ਰਹੀ ਹੈ। 10,000 ਪਾਉਂਡ 11,000 ਪਾਉਂਡ 'ਚ ਯੂਨੀਵਰਸਿਟੀਆਂ ਮਿਲ ਜਾਂਦੀਆਂ 10-11 ਲੱਖ ਸਾਲ ਦੀਆਂ। ਤੇ ਇਹ ਵੀ ਥੋੜਾ ਇੱਕ ਕੰਫਰਟੇਬਲ ਪੁਆਇੰਟ ਹੈ ਬੱਚੇ ਵਾਸਤੇ। ਜੀ ਬਿਲਕੁਲ। ਯਾਨੀ ਕਿ ਕਿਤੇ ਨਾ ਕਿਤੇ ਉਹ ਸਟੂਡੈਂਟਸ ਜੋ ਕਿਤੇ ਆਇਲਸ ਨਹੀਂ ਕਲੀਅਰ ਅੱਛੇ ਬੈਂਡ ਸਕੋਰ ਨਾਲ ਹੋ ਪਾ ਰਹੀ ਜਾਂ ਥੋੜਾ ਇੰਟਰਵਿਊ ਤੋਂ ਵੀ ਘਬਰਾਉਂਦੇ ਕਿਉਂਕਿ USA ਪ੍ਰੋਪਰ ਇੰਟਰਵਿਊ ਦੇ ਉੱਪਰ ਨਾਲ ਬੇਸਡ ਆ ਜਾਂਦਾ, ਤੁਹਾਡਾ ਕੌਨਫੀਡੈਂਸ ਹੋਣਾ ਚਾਹੀਦਾ ਉਸ ਦੇ ਲਈ। ਤੇ ਕਈ ਸਟੂਡੈਂਟਸ ਨੂੰ ਲੱਗਦਾ ਕਿ ਸ਼ਾਇਦ ਅਸੀਂ ਇੰਟਰਵਿਊ ਲਈ ਵੀ ਪ੍ਰਿਪੇਅਰ ਨਹੀਂ ਹੋ ਪਾਉਂਦੇ। ਸੋ UK ਵੀ ਬਹੁਤ ਅੱਛੀ ਆਪਸ਼ਨ ਹੈ। ਹੋਰ ਡਿਟੇਲ ਦੇ ਵਿੱਚ ਤੁਸੀਂ ਆਪਣੀ ਪ੍ਰੋਫਾਈਲ ਦੇ ਅਕੋਰਡਿੰਗਲੀ ਜਾਣਨਾ ਚਾਹੋ ਤਾਂ ਮੈਂ ਫਿਰ ਜਾਂਦੇ ਜਾਂਦੇ ਇਹ ਗੱਲ ਕਹੂੰਗੀ ਕਿ ਸਕਰੀਨ ਤੇ ਦਿੱਤੇ ਨੰਬਰ ਸੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ। ਵਿਜ਼ਿਟ ਕਰਨਾ ਚਾਹੋ ਤਾਂ ਵਿਜ਼ਿਟ ਕਰ ਸਕਦੇ ਹੋ ਨੈਵੀਗੇਟਰ ਓਵਰਸੀਜ਼, ਜੋ ਕਿ 25 ਸਾਲ ਪੁਰਾਣੀ ਕੰਪਨੀ ਹੈ। ਚੰਡੀਗੜ੍ਹ, ਬਟਾਲਾ ਤੇ ਪਠਾਨਕੋਟ ਵਿੱਚ ਇਹਨਾਂ ਦੇ ਆਫਿਸ ਨੇ। ਜ਼ਰੂਰ ਡਾਕੂਮੈਂਟਸ ਲੈ ਕੇ ਜਾਇਓ ਤਾਂ ਕਿ ਸਹੀ ਤਰੀਕੇ ਨਾਲ ਤੁਹਾਨੂੰ ਪ੍ਰੋਫਾਈਲ ਹੈ, ਡਾਕੂਮੈਂਟਸ ਨੂੰ ਅਸੈਸਮੈਂਟ ਕਰਕੇ ਤੁਹਾਨੂੰ ਗਾਈਡ ਕੀਤਾ ਜਾ ਸਕੇ ਕਿ ਕਿਹੜੀ ਤੁਹਾਡੇ ਲਈ ਆਪਸ਼ਨ ਬੈਸਟ ਰਹਿਣ ਵਾਲੀ ਹੈ। ਸੋ ਮੈਮ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਸ਼ੋਅ ਵਿੱਚ ਆਏ, ਦਰਸ਼ਕਾਂ ਨਾਲ ਜਾਣਕਾਰੀ ਸਾਂਝੀ ਕੀਤੀ। ਥੈਂਕ ਯੂ। ਤੇ ਇਸ ਦੇ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਇਜਾਜ਼ਤ। ਧੰਨਵਾਦ।